जी बिस्मिल्लाहिर्रहमानिर्रहीम। मैं ਤੁਹਾਡਾ ਵੀਰਾ ਮਲਕ ਸਫਦਰ ਸ਼ਾਹ। ਆਪਾਂ ਤੁਹਾਡੇ ਕੋਲ ਲੈ ਕੇ ਜੀ ਕਬੱਡੀ ਦੀ ਜਾਣਕਾਰੀ। ਅਰਫਾਨ ਮਾਨਾ ਜੱਟ ਕਬੱਡੀ 225 ਸਾਡੇ ਨਾਲ ਜੁੜੇ ਰਿਹਾ ਜਿਸ ਚੈਨਲ ਦੇ ਨਾਲ ਤੁਹਾਡੀਆਂ ਮੁਹੱਬਤਾਂ ਤੁਹਾਡਾ ਪਿਆਰ ਸਾਡੇ ਤੱਕ ਰੱਪੜਦਾ ਰਹਿੰਦਾ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਭਰਪੂਰ ਕਿ ਤੁਹਾਡੇ ਤੱਕ ਕਬੱਡੀ ਦੀ ਇਹ ਜਿਹੜੀ ਪੱਕੀ ਪੀੜੀ ਜਾਣਕਾਰੀ ਅਪਣਾਉਂਦੇ ਰਹੀਏ। ਕਬੱਡੀ ਦੇ ਲੈਜੈਂਡ ਜਿਹੜੇ ਪਲੇਅਰ ਸਾਬਕਾ ਗੁਜ਼ਰ ਚੁੱਕੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹੀਏ ਔਰ ਕਬੱਡੀ ਜਿਹੜੇ ਇਸ ਮੌਕੇ ਦੇ ਹਾਲ ਦੇ ਸੁਪਰਸਟਾਰ ਪਲੇਅਰ ਨੇ ਉਹਨਾਂ ਨਾਲ ਵੀ ਸਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ। ਅੱਜ ਵੀ ਇਸ ਸਿਲਸਿਲੇ ਨੂੰ ਅਗਾਂਹ ਵਧਾਉਂਦੇ ਹੋਏ ਆਪਾਂ ਆਪਣੇ ਇੱਕ ਬਹੁਤ ਹੀ ਵੱਡੇ ਸੁਪਰਸਟਾਰ ਕਬੱਡੀ ਪਲੇਅਰ ਦੇ ਕੋਲ ਜਿਹੜਾ ਆਪਣੇ ਦੌਰ ਦਾ ਮਹਾਨ ਪਲੇਅਰ ਹੋਇਆ, ਪਾਕਿਸਤਾਨ ਕੀ ਪੂਰੀ ਦੁਨੀਆ ਦੇ ਵਿੱਚ ਜਿਹਦੇ ਨਾਂ ਦਾ ਢੰਗਾ ਵੱਜਿਆ ਔਰ ਉਸ ਤੋਂ ਬਾਅਦ ਫਿਰ ਉਹਨੇ ਕੋਚਿੰਗ ਕੀਤੀ SNGPL ਸੂਈ ਗੈਸ ਦੀ, ਫਿਰ ਪਾਕਿਸਤਾਨ ਦੀ ਕੋਚਿੰਗ ਕੀਤੀ ਔਰ ਇਹਦੇ ਨਾਲ ਨਾਲ ਪਾਕਿਸਤਾਨ ਦਾ ਇੱਕ ਸਿਵਲ ਬਹੁਤ ਹੀ ਤਗੜਾ ਕਬੱਡੀ ਕਲੱਬ ਹੈ ਰਾਇਲਸ ਕਿੰਗਸ ਕਬੱਡੀ ਕਲੱਬ, ਉਹਦੀ ਕੋਚਿੰਗ ਕਰਦੇ ਪਏ ਸ਼ਹਿਜ਼ਾਦ ਹਨੀਫ ਢਿੱਲੋਂ ਸਾਹਿਬ। ਉਹਨਾਂ ਦੇ ਕੋਲ ਅਸੀਂ ਮੌਜੂਦ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ अस्सलाम वालेकुम जी शहजाद साहब, ਕੀ ਹਾਲ ਚਾਲ ਨੇ? ਵਾਲੇਕੁਮ ਸਲਾਮ ਜੀ, ਬਿਲਕੁਲ ਠੀਕ ਜੀ, ਅੱਲਾਹ ਦਾ ਸ਼ੁਕਰ ਹੈ। ਹੋਰ ਸ਼ਹਿਜ਼ਾਦ ਸਾਹਿਬ, ਅਸੀਂ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡਾ ਚੈਨਲ ਇਹ ਲੋਕਾਂ ਤੱਕ ਅਸੀਂ ਗੱਲਬਾਤ ਅਪਣਾਈ ਦੀ ਹੈ ਕਿ ਖਾਸ ਕਰਕੇ ਨਵੀਂ ਨਸਲ ਨੂੰ ਇਸ ਸ਼ੌਕ ਨੂੰ ਡਿਵੈਲਪ ਕਰਨ ਵਾਸਤੇ, ਕਬੱਡੀ ਦੀ ਪ੍ਰਮੋਸ਼ਨ ਵਾਸਤੇ, ਕਿਉਂਕਿ ਤੁਹਾਡੇ ਵਰਗੇ ਲੋਕਾਂ ਦੀਆਂ ਗੱਲਾਂ ਨਵੇਂ ਨੌਜਵਾਨਾਂ ਨੂੰ ਮੋਟੀਵੇਟ ਕਰਦੀਆਂ ਵਾ, ਨੌਜਵਾਨਾਂ ਦਾ ਸ਼ੌਕ ਵੱਧਦਾ, ਨੌਜਵਾਨਾਂ ਦੀ ਦਿਲਚਸਪੀ ਵੱਧਦੀ ਹੈ। ਇਸ ਸਿਲਸਿਲੇ ਚ ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਹਾਂ ਤੇ ਕਿਸ ਤਰ੍ਹਾਂ ਕਬੱਡੀ ਦਾ ਆਗਾਜ਼ ਕੀਤਾ ਫਿਰ? ਮੇਰੇ ਵਾਲਦ ਜੀ ਕਮਾਲਪੁਰ ਉਸਤਾਦ ਅਮਰਿਆਤ ਕਬਰ ਨੂੰ ਲੈ ਕੇ ਆਏ ਸਨ ਤੇ ਉਦੋਂ ਸਾਡੇ ਪਿੰਡ ਦਾ ਵੀ, ਮੈਂ ਅੱਗੇ ਵੀ ਦੱਸਿਆ ਵੀ ਬੜੀ ਅੱਛੀ ਟੀਮ ਸੀ। ਇੱਕ ਕੰਗਾਂ 'ਚ ਮੈਚ ਹੋਇਆ ਸੀ, ਮੈਂ ਉਦੋਂ ਛੋਟਾ ਹੀ ਸਾਂ ਤੇ ਉੱਥੇ ਮੇਰੇ ਪਿੰਡ ਦਾ ਇਹਨਾਂ ਓਪਨ ਮੁੰਡਾ ਪਾਇਆ ਕਮਾਲਪੁਰ ਵਾਲਿਆਂ ਤੇ ਇਹਨਾਂ ਨੇ ਮੈਨੂੰ ਜਿਹੜਾ ਨਾ ਬਾਹਰ ਬਿਠਾਤਾ। ਜਦੋਂ ਮੈਂ ਵਾਪਸ ਕਮਾਲਪੁਰ ਆਇਆ ਨਾ, ਉਹਨੇ ਜਦੋਂ ਮੇਰਾ ਵਾਲਦ ਉੱਥੇ ਸੀ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਬੁਲਾ ਕੇ ਉਹਨੇ ਕਿਹਾ ਵੀ ਅੱਜ ਤੋਂ ਬਾਅਦ ਕਬੱਡੀ ਜਿਹੜੀ ਆ ਨਾ ਸ਼ਹਿਜ਼ਾਦ ਹਨੀਫ ਢਿੱਲੋਂ ਨੇ ਤੁਹਾਡੇ ਖਿਲਾਫ ਹੀ ਖੇਡਣੀ। ਵਾਹ। ਤੇ ਉਹਦੇ ਤੋਂ ਲੈ ਕੇ ਤੇ ਹੁਣ ਤੱਕ ਫਿਰ ਮੈਂ ਕਮਾਲਪੁਰੀਆਂ ਦੇ ਖਿਲਾਫ ਹੀ ਖੇਡਿਆ ਤੇ ਅੱਲਾ ਨੇ ਇੱਜ਼ਤ ਵੀ ਬੜੀ ਦਿੱਤੀ ਹੈ। ਕਿਆ ਬਾਤ ਹੈ ਉਹਦੇ 'ਚ। ਫਿਰ ਮੈਂ ਕੀ ਵਜ੍ਹਾ ਕਿ ਬਣੇ ਖਿਲਾਫ ਖੇਡਣ ਦੀ? ਖਿਲਾਫ ਖੇਡਣ ਦੀ ਜਿਹੜੀ ਵਜ੍ਹਾ ਨਾ ਜੀ, ਇਹਨਾਂ ਨੇ ਮੇਰੇ ਪਿੰਡ ਦਾ ਇੱਕ ਮੈਂ ਸਮਝਦਾ ਕਿ ਮੇਰੇ ਪਿੰਡ ਦੇ ਲੜਕੇ ਦੀ ਵਜ੍ਹਾ ਤੋਂ ਇਹਨਾਂ ਨੇ ਉਹਨੂੰ ਓਪਨ ਖਿਡਾਇਆ ਸੀ ਤੇ ਉਹਦੀ ਵਜ੍ਹਾ ਤੋਂ ਮੈਨੂੰ ਨਹੀਂ ਇਹਨਾਂ ਖਿਡਾਇਆ ਉੱਥੇ। ਅੱਛਾ। ਤੇ ਮੇਰੇ ਵਾਲਦ ਨੇ ਜਿਹੜਾ ਨਾ ਇਹਨਾਂ ਨੂੰ ਕਿਹਾ ਵੀ ਜੇ ਅੱਜ ਤੋਂ ਬਾਅਦ ਇਹ ਖੇਡਿਆ ਤੇ ਇਹਨੇ ਤੁਹਾਡੇ ਖਿਲਾਫ ਹੀ ਖੇਡਣਾ। ਫਿਰ ਟ੍ਰੇਨਿੰਗ ਵੀ ਪਿੰਡ ਹੀ ਕਰਨ ਲੱਗ ਪਏ? ਨਹੀਂ ਜੀ, ਟ੍ਰੇਨਿੰਗ ਮੇਰੇ ਪਿੰਡ ਦੇ ਵਿੱਚ ਗਰਾਊਂਡ ਹੀ ਨਹੀਂ ਆਇਆ ਭਾਈ ਸਾਹਿਬ। ਅੱਛਾ ਅੱਛਾ। ਇੱਥੇ ਗਰਾਊਂਡ ਹੀ ਨਹੀਂ ਆਇਆ। ਮੈਂ ਉਸਤਾਦ ਸ਼ਬੀਰੇ ਕੋਲ ਚਲਾ ਗਿਆ, ਫਿਰ ਟੋਟੀਆਂ। ਉਹਨੇ ਵੀ ਸਾਰੀ ਉਮਰ ਬੜਾ ਸਟਾਰ ਪਲੇਅਰ ਹੋਇਆ। ਸਾਰੀ ਉਮਰ ਉਹਨੇ ਜਿਹੜਾ ਨਾ ਕਮਾਲਪੁਰੀਆਂ ਤੇ ਬੜੀਆਂ ਕਬੱਡੀਆਂ ਪਾਈਆਂ। ਜਦੋਂ ਲਿਖਿਆ ਜਾਂਦਾ ਸੀ ਵੀ ਕਮਾਲਪੁਰ ਦਾ ਇੰਟਰ ਨਹੀਂ ਹੋਏਗਾ, ਅਸੀਂ ਵੀ ਉੱਥੇ ਨਹੀਂ ਸਾਂ ਜਾਂਦੇ ਜਿੱਥੇ ਕਮਾਲਪੁਰ ਨਹੀਂ ਸੀ ਜਾਂਦਾ। ਅਸੀਂ ਵੀ ਉੱਥੇ ਜਾ ਕੇ ਕਬੱਡੀ ਖੇਡੀ ਜਿੱਥੇ ਕਮਾਲਪੁਰੀਆਂ ਨੇ ਟੱਕਰਾਂ ਬਰਾਬਰ ਦੀਆਂ ਉੱਥੇ ਖੇਡੇ। ਤੁਸੀਂ ਦੇਖ ਕੇ ਤੁਸੀਂ ਜਦੋਂ ਤੁਹਾਨੂੰ ਸਵਾਦ ਆਇਆ ਤੁਸੀਂ ਕੌਡੀ ਵੱਲ ਤੁਰੇ, ਕਿਹੜੇ ਪਲੇਅਰ ਪਿੰਡ ਦੇ ਖੇਡਦੇ ਹੁੰਦੇ ਸਨ? ਪਿੰਡ ਦੇ ਜੀ ਮੇਰੇ ਪਿੰਡ ਦਾ ਕਾਸਮ ਢਿੱਲੋਂ ਮੁੰਡਾ ਖੇਡਦਾ ਸੀ। ਵਾਹ ਵਾਹ। ਉਹਦੇ ਬਹੁਤ ਵੱਡਾ ਪਲੇਅਰ ਸੀ। ਅੱਛਾ। ਹਾਂਜੀ, ਬਹੁਤ ਵੱਡਾ ਪਲੇਅਰ ਸੀ ਤੇ ਉਹ ਖੇਡਦਾ ਸੀ। ਉਹਦੇ ਵੱਲ ਵੇਖ ਕੇ ਫਿਰ ਇੱਕ ਇਮਤਿਆਜ਼ ਚੱਠਾ ਸੀ। ਹਾਂਜੀ। ਇੱਕ ਆਸਾਨ ਸੀ ਮੁੰਡਾ ਨੰਬਰਦਾਰਾਂ ਦਾ, ਉਹ ਬਹੁਤ ਚੰਗੀ ਕਬੱਡੀ 6 ਚੱਕਦੇ। ਹਾਂਜੀ 6 ਚੱਕਦੇ। ਬਹੁਤ ਤਗੜੀ ਟੀਮ ਸੀ ਸਾਡੇ ਪਿੰਡ ਦੀ। ਵਾਹ ਵਾਹ, ਕੀ ਬਾਤ। ਹਾਂਜੀ, ਮੈਂ ਉਹਨਾਂ ਨਾਲ ਵੇਖ ਕੇ ਜਿਹੜਾ ਨਾ ਕਬੱਡੀ। ਇਹ ਸ਼ਹਿਜ਼ਾਦ ਨੇ ਸਭ ਕਿਹੜੇ ਸਾਲ ਦੀ ਗੱਲ ਆ? ਕਿਸ? ਇਹ 92-93 ਦੀ ਗੱਲ ਹੈ ਜੀ, ਜਦੋਂ ਪਿੰਡ ਦੀ ਟੀਮ ਚੰਗੀ। ਹਾਂਜੀ, ਪਿੰਡ ਦੀ। ਉਸ ਦੌਰ ਤੇ ਇਹ ਸਰਗੋਦਾ ਰੋਡ ਦੇ ਇਹ ਮਜ਼ਾਫਾ ਦਾ ਇਲਾਕੇ ਦੇ ਵਿੱਚ ਸਾਰੀਆਂ ਕੁੜੀ ਵਾਲਾ ਕਮਾਲਪੁਰ ਦੀ ਟੀਮ ਦਾ ਤੋਤੀ ਬੋਲਦੀ ਹੁੰਦੀ ਸੀ ਉਦੋਂ ਜੀ। ਬਿਲਕੁਲ, ਕਮਾਲਪੁਰ ਦੀ ਤੋਤੀ ਬੋਲਦੀ ਸੀ। ਉਹਨਾਂ ਤੋਂ ਬਾਅਦ ਬੋਲੀ ਪਹਿਲਾਂ 5 ਗਰਾਈਆਂ ਦੀ ਟੀਮ ਬਹੁਤ ਤਗੜੀ ਸੀ। ਹਾਂਜੀ। ਫਿਰ 3 ਚੱਕ ਦੀ ਟੀਮ ਬਹੁਤ ਤਗੜੀ ਹੋਈ। ਹਾਂਜੀ। ਫਿਰ 54 ਢੋਟੀਆਂ ਜਿੱਥੋਂ ਦਾ ਮੇਰਾ ਉਸਤਾਦ ਆ, ਉਸਤਾਦ ਸ਼ਬੀਰ, ਵਾਹ ਵਾਹ ਵਾਹ, ਉੱਥੋਂ ਦੀ ਟੀਮ ਬਹੁਤ ਤਗੜੀ ਹੋਈ। ਸਾਡੇ ਪਿੰਡ ਦੀ ਟੀਮ ਬਹੁਤ ਤਗੜੀ ਹੋਈ। ਅੱਛਾ। ਹਾਂਜੀ, ਇਹ ਟੀਮਾਂ ਬਹੁਤ ਤਗੜੀਆਂ ਸਨ। ਸਜਾਦਾ ਦੀ ਟੀਮ ਬਹੁਤ ਤਗੜੀ ਸੀ। ਅੱਛਾ, ਕਮਾਲਪੁਰ ਦਾ ਉਦੋਂ ਮੈਚਸ ਕਰਦੇ ਹੁੰਦੇ ਯਕੀਨਨ, ਕਿਉਂਕਿ ਪਾਕਿਸਤਾਨ ਵਾਪਡਰ ਟੀਮ ਵੀ ਕਮਾਲਪੁਰ ਦੀ ਟੀਮ ਹੁੰਦੀ ਸੀ, ਕੌਮੀ ਟੀਮ ਦੀ ਜਾਫਲੈਨ ਵੀ ਕਮਾਲਪੁਰ ਦੀ ਜਾਫਲੈਨ ਹੁੰਦੀ ਸੀ। ਉਦੋਂ ਫਿਰ ਤੇ ਬੜਾ ਔਖਾ ਜਿਹਾ ਕਬੱਡੀ ਹੁੰਦੀ ਹੋਏਗੀ। ਵੇਖੋ ਜੀ, ਉਹ ਇੱਕ ਪਿੰਡ ਦੇ 3 ਪਲੇਅਰ ਸਨ ਤੇ ਜਾਫਲੈਨ ਦੇ ਵਿੱਚ ਜਦੋਂ ਜਾਫਲੈਨ ਦੀ ਰੂਟੀਨ ਬਣਦੀ ਆ ਉਦੋਂ ਸਾਈ ਨੂੰ ਬਹੁਤ ਤੰਗ ਕਰਦੀ ਹੈ। ਉਹਨਾਂ ਨੇ ਤਕਰੀਬਨ ਸਾਰੇ ਮੁਲਕ ਨੂੰ ਤੰਗ ਕੀਤਾ ਜੀ। ਇਹਦੇ ਵਿੱਚ ਨਹੀਂ ਗੱਲ ਹੈ ਵੀ ਉਹ ਪਲੇਅਰ ਨਹੀਂ ਸਨ, ਪਰ ਅੱਲਾ ਦੀ ਰਹਿਮਤ ਨਾਲ ਅਸੀਂ ਕਦੀ ਨਹੀਂ ਸੀ, ਮੈਨੂੰ ਉਹਨਾਂ ਕਦੀ ਨਹੀਂ ਸੀ ਤੰਗ ਕੀਤਾ। ਵੇਖੋ ਜੀ, ਜੱਫੇ ਤੇ ਫਿਰ ਹੁੰਦੇ ਰਹਿੰਦੇ ਨੇ, ਕਦੀ 1 ਹੋ ਗਿਆ, ਕਦੀ 2 ਹੋ ਗਏ ਮੈਚ, ਪਰ ਉੱਦਾਂ ਸਾਨੂੰ ਕਦੀ ਨਹੀਂ ਸੀ ਮੈਨੂੰ ਉਹਨਾਂ ਤੰਗ ਕੀਤਾ। ਮੇਰੇ ਉਸਤਾਦ ਦੀਆਂ ਟੈਕਨੀਕਾਂ,
ਜਿਹੜੀਆਂ ਉਹਨੇ ਮੈਨੂੰ ਦੱਸੀਆਂ। ਉਹਨੇ ਉਸਤਾਦ ਸ਼ਬੀਰ ਨੇ ਬੜੀ ਮਿਹਨਤ ਕੀਤੀ ਉਹਨੇ ਮੇਰੇ ਉੱਤੇ। ਉਸਤਾਦ ਸ਼ਬੀਰ ਟੋਟੀਆਂ ਵਾਲੇ ਨੇ ਉਹਨੇ ਬਹੁਤ ਮਿਹਨਤ ਕੀਤੀ ਮੇਰੇ ਉੱਤੇ। ਵਾਹ ਵਾਹ। ਤੇ ਮਾਰਿਆ ਵੀ 1-2 ਦਫਾ ਉਹਨੇ ਮੈਨੂੰ। ਅੱਛਾ ਹਾਂਜੀ। ਅੱਛਾ ਤਾਂ ਗਲਤੀ ਹੋਣੀ ਕਿਤੇ ਨਾ ਗੱਲ ਸਮਝੇ ਨਹੀਂ ਉਸਤਾਦ ਮਾਰਦੇ ਵੀ ਹੋਣੀ ਤੇ ਉਹਨੇ ਮੈਨੂੰ ਮਾਰਿਆ ਵੀ ਆ, ਪਰ ਹਜੇ ਵੀ ਅਸੀਂ ਉਹਦੇ ਤਾਬੇ ਤੇ ਤੁਹਾਡਾ ਕੋਈ ਐਕਟ ਕੀ ਹੁੰਦਾ ਤੁਹਾਨੂੰ ਉਸਤਾਦ ਜੋ ਮਾਰਦੇ ਸਨ ਤੁਸੀਂ ਅੱਗੋਂ ਫਿਰ ਅਸੀਂ ਗੁੱਸਾ ਕਰਕੇ ਜੀ ਨਾ ਕਦੀ ਗੁੱਸਾ ਨਹੀਂ ਕੀਤਾ। ਉਹਦਾ ਗੱਲ ਦਾ ਕਦੀ ਕੋਈ ਨਹੀਂ, ਹਜੇ ਵੀ ਮੇਰੇ ਸਾਹਮਣੇ ਆ ਜਾਵੇ ਤੇ ਮੈਂ ਹੁਣ ਵੀ ਉਹਦਾ ਉਨਾ ਹੀ ਹਿਆ ਕਰਨਾ। ਵਾਹ ਵਾਹ ਕੀ ਬਾਤ ਹੈ। ਅੱਛਾ ਉਸਤਾਦ ਸਾਹਿਬ ਇਹ ਤੁਸੀਂ ਕੋਚਿੰਗ ਕਰਦੇ ਪਏ ਪਾਕਿਸਤਾਨ ਦੀ ਸੂਈ ਗੈਸ ਦੀ, ਪਾਕਿਸਤਾਨ ਦੇ ਵੱਡੇ ਮਹਿਕਮੇ ਦੀ, ਜਿਹੜੇ ਹੁਣ ਕਬੱਡੀ ਸਿੱਖਦੇ ਪਏ ਨੇ ਨੌਜਵਾਨ ਬੱਚੇ ਨਵੇਂ, ਜਿਵੇਂ ਤੁਸੀਂ ਉਸਤਾਦਾਂ ਦਾ ਅਦਬ ਕਰਦੇ ਸੀ, ਕੀ ਤੁਸੀਂ ਵੇਖਦੇ ਪਏ ਕਿ ਇੰਜ ਕਿਤੇ ਮਾਰ ਦਿੰਦੇ ਨੇ ਉਸਤਾਦ ਬੱਚੇ ਨੂੰ, ਹੁਣ ਵੀ ਮਾਰ ਦਿੰਦੇ ਨੇ, ਕਿਤੇ ਝਿੜਕ ਦਿੰਦੇ ਨੇ, ਗੁੱਸੇ ਹੁੰਦੇ ਨੇ, ਤੇ ਉਹਦੇ ਅੱਗੋਂ ਕੋਈ ਰਿਸਪੌਂਸ ਕਿਹੋ ਜਿਹਾ ਬੱਚੇ ਦਿੰਦੇ ਨੇ? ਕੀ ਬਰਦਾਸ਼ਤ ਕਰਨ ਵਾਲੀ ਗੱਲ ਹੈ? ਅਸੀਂ ਤੇ ਹੁਣ ਵਾਲੇ ਬੱਚਿਆਂ ਨੂੰ ਕਹਾਂਗੇ ਕਿ ਉਸਤਾਦਾਂ ਦਾ ਇਹਤਰਾਮ ਕਰੋ, ਮਾਂ ਪਿਓ ਦੀ ਇੱਜ਼ਤ ਕਰੋ। ਵਾਹ ਵਾਹ। ਹਰ ਚੀਜ਼ ਉੱਥੇ ਹੀ ਮਿਲਦੀ ਆ ਜੇ ਇਹਨਾਂ ਗੇਮ ਕਰਨੀ ਆ। ਜੇ ਇਹਨਾਂ ਗੇਮ ਨਹੀਂ ਕਰਨੀ, ਵੇਖਿਆ ਕਈ ਸਟਾਰ ਹੋ ਕੇ ਉਸਤਾਦਾਂ ਦੇ ਬੇਅਦਬ ਹੋ ਜਾਂਦੇ ਆ ਤੇ ਮੁੜ ਕੇ ਉਹਦਾ ਨੁਕਸਾਨ ਵੀ ਉਠਾਉਂਦੇ ਆ। ਇਹ ਬਹੁਤ ਮਾੜੀ ਗੱਲ ਹੁੰਦੀ ਆ। ਜਿੱਥੇ ਤੁਸੀਂ ਜਿਹੜੇ ਉਸਤਾਦ ਦੇ ਸ਼ਾਗਿਰਦ ਜੇ ਉਹਦਾ ਹੀ ਨਾਂ ਲਿਆ ਕਰੋ, ਉਹਦੀ ਗੱਲ ਕਰਿਆ ਕਰੋ। ਇਹ ਨਹੀਂ ਕਿ ਅੱਜ ਕੋਈ ਕਿਸੇ ਨੇ ਬਾਂਹ ਫੜ ਕੇ ਕੋਈ ਮੈਚ ਖਿਡਾ ਦਿੱਤਾ ਤੇ ਉਹਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ, ਕਦੀ ਕਿਸੇ ਨੇ ਕਿਸੇ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ। ਉਸਤਾਦ ਇੱਕ ਹੀ ਹੁੰਦਾ, ਮਾਂ ਪਿਓ ਇੱਕ ਹੀ ਹੁੰਦਾ। ਅੱਛਾ ਸ਼ਹਜ਼ਾਦ ਭਾਈ, ਕਬੱਡੀ ਬੇਸ਼ੱਕ ਪਿੰਡਾਂ ਦੀ ਖੇਡ ਸੀ, ਹਜੇ ਵੀ ਪਿੰਡਾਂ 'ਚ ਨਿਕਲ ਕੇ ਨੌਜਵਾਨ ਗਏ, ਦੁਨੀਆ ਦੇ ਸਟਾਰ ਬਣ ਗਏ, ਲੰਬੀ ਤਰੀਕ ਕਬੱਡੀ ਦੇ ਨਾਲ। ਲੇਕਿਨ ਤੁਹਾਡਾ ਫੈਮਿਲੀ ਬੈਕਗਰਾਉਂਡ ਬੜਾ ਹੋਰ ਤਰ੍ਹਾਂ ਦਾ, ਸਿਆਸੀ ਫੈਮਿਲੀ ਹੈ, ਤੁਹਾਡੇ ਬਜ਼ੁਰਗ ਮੈਂਬਰ ਸੂਬਾਈ ਅਸੈਂਬਲੀ ਰਹੇ, 2 ਦਫਾ ਤੁਹਾਡੇ ਕਜ਼ਨ MP ਬਣੇ, ਕਿ ਤੁਸੀਂ ਤੁਹਾਡੀ ਜ਼ਿੰਦਗੀ ਦਾ ਸਿਸਟਮ ਹੋਰ ਤਰ੍ਹਾਂ ਦਾ ਸੀਗਾ, ਜਿਹਨੂੰ ਚੌਧਰ ਕਹਿੰਦੇ ਨੇ, ਬੇਰਦਾਰੀ ਚੌਧਰ ਜ਼ਿੰਮੇਦਾਰੀ, ਤੇ ਪ੍ਰੋਪਰ ਤੌਰ ਤੇ ਫਿਰ ਖੇਡ ਲਾਉਣਾ, ਫਿਰ ਤੁਸੀਂ ਉਹ ਤਾਲੀਮ ਵੀ ਪਾਕਿਸਤਾਨ ਦੇ ਬਿਹਤਰੀਨ ਅਦਾਰਿਆਂ 'ਚੋਂ ਹਾਸਲ ਕਰਦੇ ਰਹੇ। ਤੇ ਉਹ ਕਹਿੰਦੇ ਨਾ ਕਿ ਇਹ ਜੀ ਪਾਠੀਆਂ ਤੇ ਰੋਣਾ ਦੂਸਰਿਆਂ ਦੀ, ਉਹ ਪੱਠੇ ਪਾਉਣ ਵਾਲੇ ਪਿੰਡੂਆਂ ਦੀ ਖੇਡ ਹੈ। ਲੇਕਿਨ ਤੁਸੀਂ ਜ਼ਰਾ ਹੋਰ ਮਾਹੌਲ 'ਚ ਰਹਿੰਦੇ ਸੀ, ਫਿਰ ਵੀ ਕਬੱਡੀ ਨਾਲ ਕਿਸ ਤਰ੍ਹਾਂ ਜੁੜੇ ਜੀ? ਕਿਸ ਤਰ੍ਹਾਂ? ਕਬੱਡੀ ਦਾ ਮੈਨੂੰ ਸ਼ੌਕ ਸੀ ਤੇ ਮੇਰੇ ਵਾਲਦ ਨੇ ਮੇਰਾ ਸ਼ੌਕ ਪੂਰਾ ਕਰਾਇਆ। ਅੱਛਾ। ਉਹਨਾਂ ਨੇ ਮੇਰੇ ਤੇ ਬਹੁਤ ਮਿਹਨਤ ਕੀਤੀ। ਉਹਨਾਂ ਨੇ ਮੈਨੂੰ 2 ਵਜੇ ਰਾਤ, 1 ਵਜੇ, 2 ਵਜੇ ਮੈਨੂੰ ਉਠਾਉਣਾ। ਅੱਛਾ। ਮੈਨੂੰ ਮਿਹਨਤ ਕਰਾਉਣੀ। ਵਾਹ ਵਾਹ ਵਾਹ। ਹੁਣ ਤੇ ਆ ਪਲੇਅਰ ਜਿਹੜੇ ਟਿਕਟੌਕ ਇਹ ਚੜੇ ਫਿਰਦੇ ਆ, ਉਦੋਂ ਤੇ ਏਦਾਂ ਮਿਹਨਤ ਕਰੀਦੀ ਸੀ ਵੀ ਰਾਤੀ ਜਿਹੜਾ ਉੱਠੇ ਆ ਤੇ ਸਵੇਰੇ 4-5 ਵਜੇ ਨੂੰ ਜਦੋਂ ਦੁਨੀਆ ਨੇ ਉੱਠਣਾ, ਉਦੋਂ ਨੂੰ ਅਸੀਂ ਸੁੱਤੇ ਹੁੰਦੇ ਹਾਂ। ਵਾਹ ਕੀ ਬਾਤ ਹੈ। ਵਾਹ ਵਾਹ ਵਾਹ। ਵੀ ਉਦੋਂ ਕਹਿੰਦੇ ਸੀ ਯਾਰ ਕਿਸੇ ਨੂੰ ਪਲੇਅਰ ਦਾ ਜਿਸਮ ਨਜ਼ਰ ਨਾ ਆਵੇ। ਵਾਹ ਵਾਹ। ਹੁਣ ਹਰ ਪਲੇਅਰ ਵੇਖੀਦਾ ਵਾ। ਅਗਲੇ ਦਿਨ ਮੈਂ ਇੱਕ ਜਗ੍ਹਾ ਤੇ ਮੈਸੇਜ ਵੀ ਕੀਤਾ ਸੀ ਯਾਰ ਇਸ ਚੀਜ਼ ਨੂੰ ਰੋਕੋ, ਜਿਹੜਾ ਕਿ ਸਟਾਰ ਹੋਣਾ ਉਹ ਆਪਣੀ ਗੱਲਬਾਤ ਤੇ ਕਰੇ, ਪਰ ਇਹ ਟਿਕਟੌਕ ਇਹ ਕੋਈ ਅੱਛੀ ਗੱਲ ਨਹੀਂ ਹੈ। ਇਹਨਾਂ ਚੀਜ਼ਾਂ ਤੋਂ ਦਰਵੇਸ਼ੀ ਜਿਹਾ ਕੰਮ ਆ ਇਹ ਤੋਂ ਜ਼ਰਾ ਗਰੇਜ਼ ਕਰੋ। ਸ਼ਹਜ਼ਾਦ ਨੇ ਪਿੰਦਰ ਸਾਹਿਬ ਗੱਲਾਂ ਤਾਂ ਬਹੁਤ ਸਾਰੀਆਂ ਕਰਨੀਆਂ ਅੱਜ ਦਿਲ ਦੀਆਂ, ਹਜੇ ਆਪਾਂ ਵਰਲਡ ਕੱਪ ਤੇ ਗੱਲ ਕਰਨੀ ਆ, ਤੁਹਾਡੀ ਕਬੱਡੀ ਤੇ ਗੱਲ ਕਰਨੀ ਆ, ਸਾਡੇ ਮਹਿਕਮੇ ਤੇ ਗੱਲ ਕਰਨੀ ਆ, ਲੇਕਿਨ ਮੈਂ ਚਾਹਾਂਗਾ ਕਿ ਤੁਸੀਂ ਮਿਸਾਲ ਜੋ ਇੱਕ, ਮੈਂ ਕਬੱਡੀ ਦੇ ਐਜ਼ ਏ ਬਤੌਰ ਕਮੈਂਟੇਟਰ ਕਬੱਡੀ ਦੇ ਪਲੇਅਰਾਂ ਨੂੰ ਜਾਣਦੇ ਆ, ਲੇਕਿਨ ਤੁਹਾਡਾ ਤਾਰੀਖ ਕਬੱਡੀ ਦੀ ਵੇਖੀ, ਤੁਹਾਡੇ ਮੈਚਸ ਮੈਂ ਦੇਖੇ ਪੁਰਾਣੇ ਨੈਸ਼ਨਲ ਰਹੀਮ ਯਾਰ ਖਾਲੇ ਮੈਚ, ਤੇ ਤੁਹਾਡੀ ਕਬੱਡੀ ਕੋਈ ਖੁਸ਼ਾਮ ਦੀ ਗੱਲ ਨਹੀਂ, ਬੇਮਿਸਾਲ ਕਬੱਡੀ ਸੀ। ਅੱਛਾ, ਕਬੱਡੀ ਦਾ ਆਗਾਜ਼ ਭਰਤੀ ਕਿਹੜੇ ਮਹਿਕਮੇ 'ਚ ਹੋਏ ਤੇ ਪਹਿਲਾ ਇੰਟਰਨੈਸ਼ਨਲ ਮੈਚ ਜਦੋਂ ਖੇਡਿਆ? ਵੇਖੋ ਜੀ, ਮੈਂ ਪਹਿਲੀ ਦਫਾ ਰੇਲਵੇ 'ਚ ਗਿਆ। ਰੇਲਵੇ ਨੇ ਮੈਨੂੰ ਭਰਤੀ ਕੀਤਾ, ਚਾਚਾ ਬੂਟਾ 72 ਗੱਡੀਆਂ। ਵਾਹ ਵਾਹ ਕੀ ਬਾਤ। ਮੈਨੂੰ ਲੈ ਕੇ ਗਿਆ ਇੱਥੋਂ। ਉਦੋਂ ਇਮਤਿਹਾਨ ਵੀ ਖੇਡਦਾ ਸੀ ਮੈਂ, ਤਾਂ ਤਾਰਾ ਗੁੱਜਰ ਸੀ। ਇਹ ਮੈਨੂੰ ਉੱਥੇ ਲੈ ਕੇ ਗਏ ਰੇਲਵੇ ਦੇ ਵਿੱਚ। ਉੱਥੇ ਅਸੀਂ ਭਰਤੀ ਹੋਏ। ਉਦੋਂ 500 ਰੁਪਏ ਦਾ ਵਜ਼ੀਫਾ ਲੱਗਦਾ ਸੀ ਤੇ 500 ਵੀ ਉਦੋਂ ਇਸ ਟਾਈਮ ਜਿਹੜਾ 50,000 ਰੁਪਇਆ ਸੀ ਜਦੋਂ ਅਸੀਂ ਰੇਲਵੇ 'ਚ ਗਏ। ਉੱਥੋਂ ਮੈਂ ਪਹਿਲੀ ਨੈਸ਼ਨਲ ਖੇਡੀ, ਅਤੀਕ ਸਟੇਡੀਅਮ। ਪੁਲਿਸ ਨਵੀਸ ਸੀ, ਯਾਸਰ ਸੀ, ਜ਼ਫਰੀ ਸੀ, ਇੱਦਾਂ ਕਾਫੀ ਵੱਡੇ ਪਲੇਅਰ ਜਿਹੜੇ ਸਾਰਿਆਂ ਦੇ ਉੱਤੇ ਅਸੀਂ ਮੈਂ ਕਬੱਡੀਆਂ ਪਾਈਆਂ ਰੇਲਵੇ ਤੋਂ। ਤੇ ਮੇਰੇ ਤੇ ਜੱਫਾ ਕੋਨੀ, ਜਦੋਂ ਕਿ ਆਰਮੀ ਜਿਹੜੀਆਂ ਨੇ 1 ਨੰਬਰ ਤੇ ਹਰੀ ਸੀ ਇਹਦੇ ਕੋਲੋਂ, ਵਾਰਡਾ ਕੋਲ, ਨੈਸ਼ਨਲ ਚੈਂਪੀਅਨਸ਼ਿਪ। ਕਿਸ ਸਾਲ ਜੀ? ਮੈਂ 97-98 ਦੀ ਗੱਲ ਹੋਏ। ਹਾਂਜੀ, ਉਦੋਂ 1 ਨੰਬਰ ਤੋਂ ਵਾਰਡਾ ਹਰੀ ਸੀ ਤੇ ਉਦੋਂ ਮੈਂ ਜਿਹੜਾ ਨਾ ਰੇਲਵੇ ਤੋਂ ਪਹਿਲੀ ਦਫਾ ਖੇਡਿਆ। ਅੱਛਾ, ਤੁਸੀਂ ਪਹਿਲਾਂ ਭਰਤੀ 500 ਰੁਪਏ ਵਜ਼ੀਫਾ ਲੱਗਾ, ਵਜ਼ੀਫਾ ਕਿੰਨੀ ਦੇਰ ਬਾਅਦ ਮਿਲਦਾ ਹੁੰਦਾ ਸੀ?
1 ਮਹੀਨੇ ਬਾਅਦ ਜੀ ਉਹ ਵਜ਼ੀਫਾ ਮਿਲਦਾ। ਔਰ ਤੁਸੀਂ ਵੇਖਦੇ ਪਿਓ ਕਿ ਜਦੋਂ ਸ਼ਾਦਾਬ ਢਿੱਲੋਂ ਵਰਗੇ ਲੈਜੈਂਡ ਕਬੱਡੀ ਪਲੇਅਰ, ਕਬੱਡੀ ਦੇ ਸਟਾਰ ਪਲੇਅਰ, ਅੱਜ ਕਬੱਡੀ ਦੀ ਗੱਲ ਹੁੰਦੀ ਪਈ ਹੈ, ਲੱਖਾਂ ਕਰੋੜਾਂ ਡਾਲਰਾਂ 'ਚ ਗੱਲਾਂ ਹੁੰਦੀਆਂ ਕੈਨੇਡਾ UK, ਕਿ ਇਸ ਕਬੱਡੀ ਦਾ ਆਗਾਜ਼ 500 ਰੁਪਏ ਤੋਂ ਹੋਇਆ ਸੀ ਕਿ 1 ਮਹੀਨੇ ਬਾਅਦ ਵਜ਼ੀਫਾ ਮਿਲਦਾ ਸੀ ਸਿਰਫ 500 ਰੁਪਈਆ। ਔਰ ਵਾਕਈ ਇਹ ਜਨੂਨ ਕਬੱਡੀ ਦਾ ਕਿੰਨਾ ਹੋਏਗਾ, ਇਹ ਸਾਡੇ ਕੋਲ ਅੱਖਰ ਨਹੀਂ ਹੈਗੇ ਕਿ ਅਸੀਂ ਕਿਵੇਂ ਦੱਸ ਸਕੀਏ ਕਿ ਕਿਸ ਤਰ੍ਹਾਂ। ਤੇ ਉਸ ਤੋਂ ਬਾਅਦ ਵੀ ਤੁਸੀਂ ਪੁਲਿਸ 'ਚ ਆਏ। ਜਿਹੜਾ ਪਹਿਲਾ ਮੈਚ ਮੈਂ ਖੇਡਿਆ, ਉਸਤਾਦ ਅਮਰਿਆਤ ਨੇ ਮੈਨੂੰ ਖਿਡਾਇਆ ਖੁੱਲਾ ਮੈਚ ਸਾਹਮਣੇ ਕਮਾਲਪੁਰ। ਉਹਨੇ ਮੈਨੂੰ ਪਹਿਲੀ ਦਫਾ, ਉਦੋਂ ਯਾਰ ਪੈਸੇ ਦੀ ਤੇ ਗੱਲ ਹੀ ਨਹੀਂ ਸੀ, 500 ਰੁਪਈਆ ਉਹਨੇ ਮੈਨੂੰ ਉਦੋਂ ਦਿੱਤਾ। ਅੱਛਾ, ਪਹਿਲੇ ਮੈਚ ਵੀ ਬੀਆਂ ਚੰਨੂ ਖਿਡਾਇਆ ਬਾਤ ਤੇ ਕਰਕੇ। ਅੱਛਾ ਜੀ, 500 ਰੁਪਈਆ ਉਹਨੇ ਮੈਨੂੰ ਉਦੋਂ ਮੈਚ ਦੀ ਕੀਮਤ ਦਿੱਤੀ, ਫੀਸ। ਤੇ ਉਦੋਂ ਤੇ ਸ਼ੌਕ ਸੀ, ਫੀਸ ਤੇ ਨਹੀਂ ਸੀ ਨਾ ਵੀ, ਉਦੋਂ ਸ਼ੌਕ ਸੀ ਪੈਦਲ ਜਾ ਕੇ, ਬੱਸਾਂ ਤੇ ਜਾ ਕੇ, ਮੋਟਰਸਾਈਕਲ ਤੇ, ਸਾਈਕਲਾਂ ਤੇ ਚੜ ਕੇ ਅਸੀਂ ਕਬੱਡੀ ਖੇਡੀ। ਵਾਹ ਵਾਹ, ਕੀ ਬਾਤ, ਜਨੂਨ ਸੀ ਕਬੱਡੀ ਦਾ। ਕਬੱਡੀ ਦਾ ਇੱਕ ਜਨੂਨ ਸੀ ਉਦੋਂ, ਤੇ ਹਰ ਪਿੰਡ 'ਚ ਜਨੂਨ ਸੀ, ਹਰ ਪਿੰਡ ਦੀ ਟੀਮ ਹੁੰਦੀ ਸੀ। ਕੋਈ ਹਰ ਬੰਦਾ ਇਹਨੂੰ ਘਰੋਂ ਨਿਕਲ ਕੇ ਇਹਨੂੰ ਵੇਂਦਾ ਸੀ, ਦੁਨੀਆ ਇਹਨੂੰ ਵੇਖਦੀ ਸੀ, ਟਰਾਲਿਆਂ ਤੇ ਜਾ ਕੇ, ਪੈਦਲ ਚੱਲ ਕੇ, ਸਾਰੀ ਦੁਨੀਆ ਇਹਨੂੰ ਵੇਖਦੀ। ਸਾਨੂੰ ਬਹੁਤ ਪਤਾ ਜੀ, ਬਿਲਕੁਲ। ਅਸੀਂ ਉਦੋਂ ਕਬੱਡੀ ਦੇ ਮੈਚਸ ਹੋਣੇ, ਕਦੇ ਸ਼ਾਦਾਬ ਢਿੱਲੋਂ ਦਾ ਨਾਮ ਲਿਖ ਕੇ ਬੈਨਰ ਲਿਖ ਲੱਗਣਾ, ਸ਼ਾਦਾਬ ਢਿੱਲੋਂ ਦੀ ਕਬੱਡੀ, ਫਿਰ ਦੁਨੀਆ ਇਕੱਠੀ ਹੋਣੀ। ਔਰ ਅੱਲਾਹ ਪਾਕ ਨੇ ਤੁਹਾਨੂੰ ਬੜੀ ਇੱਜ਼ਤ ਨਾਲ ਨਵਾਜ਼ਿਆ। ਉਸ ਤੋਂ ਬਾਅਦ ਫਿਰ ਤੁਸੀਂ ਮਹਿਕਮੇ 'ਚ ਚੇਂਜ ਵੀ ਕੀਤਾ ਜੀ, ਪੁਲਿਸ 'ਚ ਆਏ ਜੀ? ਬਿਲਕੁਲ, ਮੈਂ ਮੁੜ ਕੇ ਪਾਕਿਸਤਾਨ ਪੁਲਿਸ 'ਚ ਆਇਆ ਜੀ। ਮੈਂ ਫਰੂਕਾਬਾਦ ਨੇ ਮੈਨੂੰ ਭਰਤੀ ਕੀਤਾ। ਮੈਨੂੰ ਸਰਮਨ ਸਈ ਸਾਹਿਬ ਸਨ, ਉਹਨਾਂ ਨੇ ਮੈਨੂੰ ਭਰਤੀ ਕੀਤਾ ਉੱਥੇ ਫਰੂਕਾਬਾਦ। ਮੈਂ ਮੁੜ ਕੇ ਪੁਲਿਸ ਦੇ ਵਿੱਚ ਆ ਗਿਆ। ਪੁਲਿਸ ਦੇ ਵਿੱਚ ਮੈਂ ਜਦੋਂ ਭਰਤੀ ਹੋਇਆ 1 ਜਾਂ 2 ਸਾਲ ਮੈਂ ਪਿੱਛੇ ਲਾ ਕੇ ਖੇਡਿਆ, ਮੁੜ ਕੇ ਮੈਂ ਪੁਲਿਸ ਦਾ ਕਪਤਾਨ ਬਣਿਆ। ਵਾਹ ਵਾਹ, ਕੀ ਬਾਤ ਹੈ। ਤੇ ਕੁਝ 10 ਸਾਲ ਮੈਂ ਪੁਲਿਸ ਦਾ ਕਪਤਾਨ ਰਿਹਾ। ਅੱਲਾਹ ਦਾ ਸ਼ੁਕਰ। ਨੈਸ਼ਨਲ ਕਿੰਨੀਆਂ ਖੇਡੀਆਂ ਬਤਾਓ ਕਪਤਾਨ ਜੀ? ਮੈਂ ਜੀ 97 98 ਤੋਂ ਲੈ ਕੇ ਤੇ 2008 ਤੱਕ ਸਾਰੀਆਂ ਨੈਸ਼ਨਲ ਖੇਡੀਆਂ, ਜਿੰਨੀਆਂ ਨੈਸ਼ਨਲ ਹੋਈਆਂ। ਤੁਹਾਡੀ ਕਪਤਾਨੀ ਪੁਲਿਸ ਚੈਂਪੀਅਨ ਬਣੀ? ਨਹੀਂ ਜੀ, ਮੇਰੀ ਕਪਤਾਨੀ ਪੁਲਿਸ ਚੈਂਪੀਅਨ। ਜ਼ਿੰਦਾਬਾਦ। ਤੁਸੀਂ ਇੱਕ ਰਹੀਮਗੜ੍ਹ ਵਾਲਾ ਮੈਚ ਤੁਹਾਨੂੰ ਯਾਦ ਹੋਏਗਾ ਆਪਣਾ? ਬਿਲਕੁਲ ਯਾਦ ਹੈ। ਉਹ ਚੇਤਾ ਹੁੰਦਾ ਮੈਚ? ਹਾਂਜੀ, ਬਹੁਤ ਚੇਤਾ ਆਉਂਦਾ ਜੀ ਮੈਚ। ਉਹ ਵੀ ਨੈਸ਼ਨਲ ਮੈਨੂੰ ਨਹੀਂ ਭੁੱਲਦੀ, ਜਦੋਂ 1 ਨੰਬਰ ਤੇ ਹਰੇ ਆ। ਹਾਂਜੀ। ਤੇ ਇੱਕ ਨੈਸ਼ਨਲ ਜਿਹੜੀ ਆ ਫੈਸਲਾਬਾਦ ਹੋਈ ਸੀ। ਹਾਂਜੀ, ਮੈਨੂੰ ਉਹ ਵੀ ਨਹੀਂ ਭੁੱਲਦੀ। ਉਹ ਮੇਰੇ ਤਰੀਖੀ ਮੈਚ ਸਨ। ਬੇਸ਼ੱਕ ਬੜੇ ਵੀ ਫੈਸਲਾਬਾਦ ਤੇ ਜਦੋਂ ਅਸੀਂ ਖੇਡੇ ਆ, ਉਦੋਂ ਤੇ ਅੱਲਾਹ ਕੋਲ ਦੁਆ ਹੀ ਬਹੁਤ ਕੀਤੀ ਸੀ, ਅੱਲਾਹ ਕੋਲ ਮਾਫੀਆਂ ਬਹੁਤ ਮੰਗੀਆਂ। ਸਾਡੇ ਘਰ ਦੇ ਵਿੱਚ ਟੂਰਨਾਮੈਂਟ ਆ, ਘਰ ਦੇ ਵਿੱਚ ਨੈਸ਼ਨਲ ਆ, ਤੇ ਇੱਜ਼ਤ ਦੀ ਅੱਲਾਹ ਤਾਲਾ ਕੋਲ ਇੱਜ਼ਤ, ਅੱਲਾਹ ਨੇ ਬੜਾ ਨਵਾਜ਼ਿਆ। ਫਿਰ ਇੱਥੇ ਸਾਰੀ ਦੁਨੀਆ ਨੇ ਵੇਖਿਆ, ਦੂਸਰ ਕਬੱਡੀ ਪਾਈ, ਸਾਰੀ ਦੁਨੀਆ ਨੇ ਵੇਖਿਆ। ਵਾਪਦਾਰਾ ਮੈਚ ਸੀ, ਸਿੰਗਲ ਜੱਫਾ ਸੀ ਮੇਰੇ ਤੇ। ਵਾਹ ਵਾਹ, ਕੀ ਬਾਤ। ਹਾਂਜੀ। ਢਿੱਲੋਂ ਸਾਹਿਬ, ਬਾਕੀ ਪਲੇਅਰ ਜਿੰਨੇ ਵੀ ਆਏ ਨੇ ਕਬੱਡੀ 'ਚ, ਬਹੁਤ ਮੋਸਟਲੀ ਪਲੇਅਰ ਸਰਕਲ ਦੀ ਕਬੱਡੀ ਖੇਡਦੇ ਥੋੜ੍ਹਾ ਜਿਹਾ ਐਕਸਪਾਇਰ ਹੋਣ ਲੱਗੇ, ਥੋੜ੍ਹਾ ਜਿਹਾ ਗਾਂਹ ਜਾਣ ਲੱਗੇ, ਤੇ ਨਾਲ ਹੀ ਖੁੱਲੀ ਕਬੱਡੀ, ਚੰਨਾਂ ਵਾਲੀ ਕਬੱਡੀ ਜਾ ਗਈ। ਲੇਕਿਨ ਤੁਸੀਂ ਬਿਲਕੁਲ ਉਹਨੂੰ ਰੋਕ ਨਹੀਂ ਕੀਤਾ, ਹਾਲਾਂਕਿ ਤੁਹਾਡਾ ਵਜੂਦ ਵੀ ਪਲੇਅਰਾਂ ਨੂੰ ਮਾਸ਼ਾਅੱਲਾ ਵੇਟਰ ਪਲੇਅਰ ਸੀ, ਤੁਸੀਂ ਬਿਲਕੁਲ ਰੋਕ ਨਹੀਂ ਕੀਤਾ ਚੰਡਲ ਕਬੱਡੀ ਦਾ। ਨਹੀਂ ਜੀ, ਨਹੀਂ, ਚੰਡਾਂ ਵਾਲੀ ਕਬੱਡੀ ਬੜੀ ਖੇਡੀ ਹੈ ਜੀ ਅਸੀਂ ਵੀ। ਉਦੋਂ ਨਾਂ ਜਿਹੜਾ ਆ ਚੰਡਾਂ ਵਾਲੀ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਬਣਦਾ ਸੀ। ਉਦੋਂ ਸੁੱਚੀ ਕਬੱਡੀ ਹੁੰਦੀ ਸੀ, ਪੱਕੀ ਪੀਡੀ ਕਬੱਡੀ ਹੁੰਦੀ ਸੀ। ਉਦੋਂ ਦਾਰੇ ਵਾਲੀ ਨਾਲ ਬਹੁਤਾ ਨਾਂ, ਉਹਦੇ 'ਚ ਜਿਹੜਾ ਪਲੇਅਰ ਖੇਡਦਾ ਸੀ ਉਹਦਾ ਨਾਂ ਜ਼ਿਆਦਾ ਬਣਦਾ ਸੀ, ਉਹਦਾ ਨਾਂ ਵੱਡਾ ਹੁੰਦਾ ਸੀ। ਹੁਣ ਤੇ ਜਿਹੜਾ ਨਾ ਸਾਰੇ ਬੰਦੇ ਰਲ ਕੇ ਖੇਡੀ ਜਾਂਦੇ ਆ, ਤੇ ਨਾਲੇ ਆ ਛੋਟਿਆਂ ਪਲੇਅਰਾਂ ਨੇ ਜਿਨ੍ਹਾਂ ਨੂੰ ਕਬੱਡੀ ਦਾ ਪਤਾ ਹੀ ਨਹੀਂ, ਉਹਨਾਂ ਬੰਦਿਆਂ ਨੇ ਖੁੱਲੀ ਕਬੱਡੀ ਜਿਹੜੀ ਆ ਨਾ ਉਹ ਖਤਮ ਕਰ ਦਿੱਤੀ। ਉਹਨਾਂ ਨੇ ਵੱਡਿਆਂ ਪਲੇਅਰਾਂ ਦਾ ਵੀ ਨਾਂ ਜਿਹੜਾ ਨਾ ਉਹ ਖਤਮ ਕਰ ਦਿੱਤਾ। ਸਾਹਿਬ, ਤੁਸੀਂ ਮਾਸ਼ਾਅੱਲਾ ਦੁਨੀਆ ਦੇ ਵੱਡਿਆਂ ਰੇਟਰਾਂ 'ਚ ਤੁਹਾਡਾ ਨਾਂ, ਪਾਕਿਸਤਾਨ ਕੀ, ਕੈਨੇਡਾ ਕੀ, UK, ਹਿੰਦੁਸਤਾਨ, ਪੂਰੀ ਦੁਨੀਆ 'ਚ ਕਬੱਡੀ ਖੇਡੀ ਤੁਸੀਂ, ਤੇ ਕਿਹੜੇ ਮੁਲਕ 'ਚ ਗਏ ਕਬੱਡੀ ਵਾਸਤੇ? ਮੈਂ ਜੀ ਇੰਗਲੈਂਡ ਗਿਆ, ਕੁਵੈਤ ਗਿਆ, ਇੰਡੀਆ ਗਿਆ। ਹਾਂਜੀ। ਇਹਨਾਂ ਮੁਲਕਾਂ 'ਚ ਮੈਂ ਜਿਹੜਾ ਨਾ ਕਬੱਡੀ ਖੇਡਣ ਗਿਆ। ਉੱਥੇ ਮੈਂ ਆਪਣੇ ਝੰਡੇ ਗੱਡੇ ਨੇ, ਬੜਾ ਅੱਲਾ ਦਾ ਸ਼ੁਕਰ ਹੈ। ਤੇ ਪਾਕਿਸਤਾਨ ਤੇ ਬੈਰੂਨ ਜਾਂ ਦੂਸਰੇ ਮੁਲਕਾਂ 'ਚ ਕਬੱਡੀ ਖੇਡਣ ਦਾ ਕੋਈ ਫਰਕ, ਮੈਂਟਲੀ ਫਰਕ ਜਾਂ ਗਰਾਊਂਡ ਦਾ ਫਰਕ ਜਾਂ ਕਬੱਡੀ ਦਾ ਫਰਕ? ਉਧਰ ਭਾਈ ਗੱਲ ਇਹ ਹੁੰਦੀ ਆ ਵੀ ਮਿਹਨਤ ਬੋਲਦੀ ਹੁੰਦੀ ਆ। ਉਹ ਤੁਸੀਂ ਆਪਣੇ ਕਮਰੇ 'ਚ ਭਾਵੇਂ ਖੇਡ ਲਓ, ਜੇ ਤੁਸੀਂ ਮਿਹਨਤ ਕੀਤੀ ਆ ਤੇ ਫੇਰ ਤੁਹਾਨੂੰ ਕੋਈ ਡਰ ਖਤਰਾ ਨਹੀਂ। ਜੇ ਤੁਸੀਂ ਮਿਹਨਤ ਨਹੀਂ ਕੀਤੀ ਤੇ ਫੇਰ ਤੁਸੀਂ ਭਾਵੇਂ ਜਿੱਥੇ ਮਰਜ਼ੀ ਹੋ, ਭਾਵੇਂ ਆਪਣੇ ਕਮਰੇ 'ਚ ਹੋਣਾ, ਉੱਥੇ ਵੀ ਤੁਹਾਨੂੰ ਡਰ ਲੱਗਦਾ। ਆਹ ਗੱਲਾਂ ਸੁਣਨ ਨੂੰ ਮਿਲਦੀਆਂ, ਉਧਰ ਕਬੱਡੀ ਹੋ ਰਿਹਾ, ਇੱਧਰ ਕਬੱਡੀ ਹੋ ਰਿਹਾ, ਇਸ ਤਰ੍ਹਾਂ ਗੱਲ ਹੀ ਹੈ ਜੀ। ਕਬੱਡੀ ਮਿਹਨਤ ਦੀ ਆ ਭਾਈ।
ਕਬੱਡੀ ਇੱਕੋ ਹੀ ਹੈ ਤੇਰੇ ਕਹਿੰਦਾ ਮਤਲਬ। ਕਬੱਡੀ ਇੱਕੋ ਹੀ ਆ। ਵਾਹ ਵਾਹ, ਖੂਬਸੂਰਤ ਗੱਲ। ਕਬੱਡੀ ਮਿਹਨਤ ਦੀ ਆ ਤੇ ਹਰ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਆ। ਚੀਜ਼ਾਂ ਤੋਂ, ਬੁਰੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਵਾ। ਅਸੀਂ ਤੇ ਇਹਨਾਂ ਸਾਰਿਆਂ ਪਲੇਅਰਾਂ ਨੂੰ ਕਹਾਂਗੇ ਵੀ ਜਿਹੜਾ ਮਿਹਨਤ ਜ਼ਿਆਦਾ ਕਰਦਾ ਅੱਲਾ ਉਹਨੂੰ ਫਲ ਲਾਵੇ। ਇਹ 'ਚ ਕੋਈ ਸ਼ੱਕ ਨਹੀਂ। ਹਾਂਜੀ। ਤੇ ਤੁਸੀਂ ਸਾਹਿਬ ਬਾਕੀ ਗਰਾਊਂਡ ਹੈ, ਪਲੇਅਰ ਤੁਸੀਂ ਵੀ ਰਹੇ ਮਾਸ਼ਾਅੱਲਾ, ਹੁਣ ਵੀ ਪਲੇਅਰ ਕਬੱਡੀ ਖੇਡਦੇ ਪਏ ਨੇ। ਤੁਸੀਂ ਫਰੰਟ ਲਾਈਨ ਦੇ ਲੀਡਰ ਰਹੇ ਹੋ ਪਾਕਿਸਤਾਨ ਦੇ, ਆਪਣੇ ਮਹਿਕਮੇ ਦੇ ਫਰੰਟ ਲਾਈਨ ਦੇ, ਪਾਕਿਸਤਾਨ ਦੀ ਕੌਮੀ ਟੀਮ ਦੇ ਸਫੇ ਅਵਲ ਦੇ ਲੀਡਰ ਰਹੇ ਹੋ। ਜੀ ਜੀ। ਕਦੀ ਕੋਈ ਜਾਫੀ ਨੇ ਬਹੁਤ ਡਿਸਟਰਬ ਕੀਤਾ ਜਿੱਥੇ ਤੁਸੀਂ ਤੰਗ ਕਰਦਾ ਹੋਵੇ ਜਾਫੀ ਪਿਆ ਨਾ ਹੀ ਆਵੇ ਸਾਹਮਣੇ ਤੇ ਜਾਣ ਚੁੱਕੇ? ਵੇਖੋ ਜੀ, ਉਦੋਂ ਬਾਰਡਾ ਦੀ ਟੀਮ ਬਹੁਤ ਚੰਗੀ ਸੀ। ਹਾਂਜੀ। ਬਾਰਡਾ ਦੇ ਰੇਡਰ ਬਹੁਤ ਚੰਗੇ ਸਨ, ਪਰ ਜਿਹੜੀ ਆਰਮੀ ਦੀ ਜਾਫਲੈਨ ਸੀ ਨਾ, ਹਾਂਜੀ, ਉਹਦਾ ਇਹ ਹੀ ਹੁੰਦਾ ਸੀ ਵੀ ਥੋੜਾ ਜਿਹਾ ਜਿਹੜਾ ਨਾ ਬੰਦਾ ਬਚ ਬਚਾ ਕੇ ਲੰਘ ਜੇ। ਅੱਛਾ ਜੀ। ਵਾਹ ਵਾਹ। ਵੇਖੋ ਇੱਕ ਹਕੀਕਤ ਜਿਹੜੀ ਹੈ ਨਾ, ਉਹ ਇਹ ਨਹੀਂ ਵੀ ਮੈਨੂੰ ਉਹਨਾਂ ਨੇ ਸਾਰੇ ਮੁਲਕ ਨੂੰ ਤੰਗ ਕੀਤਾ। ਅੱਛਾ ਵਾਹ ਵਾਹ। ਵੀ ਉਹਨਾਂ ਨੇ ਸਾਰੇ ਜਾਤੀਆਂ ਸਾਈਆਂ ਨੂੰ ਤੰਗ ਕੀਤਾ ਉਹਨਾਂ ਨੇ। ਵੀ ਉਹ ਜਾਫਲੈਨ ਮੈਂ ਸਮਝਣਾ ਵੀ ਅੱਛੀ ਸੀ, ਬਾਰਡਾ ਨੂੰ ਵੀ ਅੱਛੀ। ਨਾਮ ਦਾ ਨਾਮ ਮੈਂ ਦੱਸਣਾ ਜੀ ਚਾਹੁੰਦਾ। ਸ਼ਮਸ ਲਤੀਫ, ਹਾਂਜੀ, ਮਨੂੰ ਬਲੋਚ, ਉਸਤਾਦ ਅਰਸ਼ਾਦ, ਸ਼ਾਦਾ ਰੈਂਚ, ਰਾਣਾ ਜਬਾਰ, ਵਾਹ ਵਾਹ ਵਾਹ। ਹਾਂ, ਉਸਤਾਦ ਜ਼ਫਰ ਸਰਗੋਦੇ ਵਾਹ ਤੋਂ। ਵਾਹ ਵਾਹ। ਇਹ ਜਿਹੜੇ ਪਲੇਅਰ ਸਨ। ਅੱਛਾ, ਜਾਫਲੈਨ ਥੋੜੀ ਜਿਹੀ ਛਮਸਤਾਈ ਤੇ ਮਨੂੰ ਬਲੋਚ ਹੀ ਕੱਦ ਕਾਟ ਰਹੇ, ਬਾਕੀ ਉਸਤਾਦ ਸ਼ਾਦਾ ਰੈਂਚ ਵੀ ਤੇ ਉਸਤਾਦ ਜਬਾਰ ਵੀ ਮਦਰੇ ਕਰਦੇ ਜਾਫੀ ਸਨ, ਫਿਰ ਵੀ ਲੋਕਾਂ ਨੂੰ ਬਹੁਤ ਡਿਸਟਰਬ ਕਰਦੇ ਸਨ। ਵੇਖੋ ਜੀ, ਜਿਹੜੀ ਆ ਨਾ ਜਿੰਨੀ ਵੀ ਕਬੱਡੀ ਦੇ ਵਿੱਚ ਸਰਕਲ ਦੇ ਵਿੱਚ ਜਿੰਨਾ ਆਰਮੀ ਦੇ ਜਾਫੀਆਂ ਨੇ ਸਾਈਆਂ ਨੂੰ ਤੰਗ ਕੀਤਾ ਨਾ, ਵੀ ਇਹ 20 ਸਕਿੰਟ 22 ਸੈਕਿੰਡ ਹੱਥ ਨਹੀਂ ਸਨ ਲਵਾਉਂਦੇ। ਵਾਹ ਵਾਹ। ਵੀ ਉਦੋਂ ਵੇਟਰ ਸਾਈ ਸਨ ਸਾਰੇ। ਇਹਨਾਂ ਨੇ ਭਜਾ ਕੇ ਜਿਹੜਾ ਨਾ ਵੀ ਇਹ ਹੱਥ ਹੀ ਨਹੀਂ ਸਨ। ਟੈਕਨੀਕ ਹੈ ਇੱਕ ਟੈਕਨੀਕ ਇਹਨਾਂ ਪਹਿਲੀ ਦਫਾ ਪਾਕਿਸਤਾਨ ਚ ਆਰਮੀ ਨੇ ਦੱਸਿਆ ਵੀ ਇਹ ਵੀ ਇੱਕ ਟੈਕਨੀਕ। ਟਾਈਮ ਵੀ ਜ਼ਾਇਆ ਕਰੀਦਾ। ਟਾਈਮ ਵੀ ਜ਼ਾਇਆ। ਵਾਹ ਵਾਹ, ਕੋਈ ਸ਼ੱਕ ਨਹੀਂ। ਬੜੀ ਮੈਂਟਲੀ ਬੜੀ ਖੂਬਸੂਰਤ ਗੱਲ ਹੈ। ਔਰ ਇਹ ਗੱਲਾਂ ਇਹਨਾਂ ਲੋਕਾਂ ਕੋਲ ਸੁਣਨ ਦਾ ਮਤਲਬ ਇਹ ਹੁੰਦਾ ਨੌਜਵਾਨਾਂ ਵਾਸਤੇ ਖਾਸ ਕਰ ਕਿ ਸਿੱਖਣ ਦਾ ਮੌਕਾ ਮਿਲਦਾ ਹੈ। ਪਰਫਾਰਮੈਂਸ ਦੇਣ ਲੱਗਿਆ ਕਦੀ ਸ਼ਹਿਜ਼ਾਦ ਨੇ ਢਿੱਲੋਂ ਚੇਤਿਆ ਇਹਨਾਂ ਕੋਲ ਗੱਲ ਕਹੀ ਸੀ ਕਿ ਜਿਹੜਾ ਜਾਫੀ ਰੇਡਰ ਦਾ ਟਾਈਮ ਬਹੁਤ ਜ਼ਿਆਦਾ ਜ਼ਾਇਆ ਕਰਦੇ, ਟੱਚ ਨਾ ਕਰਾਵੇ, ਔਰ ਇਹ ਬੜੀ ਬਿਹਤਰੀਨ ਟੈਕਨੀਕ ਹੈ ਔਰ ਮੈਂਟਲੀ ਤੌਰ ਤੇ ਡਿਸਟਰਬ ਕਰ ਦਿੰਦੀ ਹੈ ਇਹ ਰੇਡਰ ਨੂੰ, ਕਿਉਂਕਿ 30 ਸੈਕਿੰਡ ਦਾ ਵਿਆਹ ਹੁੰਦਾ। ਔਰ ਇਹ ਬੜੀਆਂ ਚੰਗੀਆਂ ਗੱਲਾਂ ਅੱਜ ਸੁਣਨ ਨੂੰ ਮਿਲਦੀਆਂ ਪਈਆਂ। ਮੈਂ ਉਮੀਦ ਕਰਦਾ ਕਿ ਤੁਸੀਂ ਭਰਪੂਰ ਤੌਰ ਤੇ ਫਾਇਦਾ ਇਹਨਾਂ ਕੋ ਚੁੱਕੋਗੇ। ਅੱਛਾ ਸ਼ਹਿਜ਼ਾਦ ਨੇ ਢਿੱਲੋਂ ਸਾਹਿਬ, ਆਪਾਂ ਹੋਰ ਵੀ ਗੱਲਾਂ ਕਰਦੇ ਰਹਾਂਗੇ, ਲੇਕਿਨ ਇਸ ਟਾਈਮ ਜਿਹੜਾ ਦੌਰ ਜਾ ਰਿਹਾ, ਜਿਹੜਾ ਵਕਤ ਗੁਜ਼ਰਿਆ ਕਿ ਪਾਕਿਸਤਾਨ ਪਹਿਲੀ ਦਫਾ ਵਰਲਡ ਚੈਂਪੀਅਨ ਬਣਿਆ, ਔਰ ਪਾਕਿਸਤਾਨ ਦੇ ਵਿੱਚ ਇਹ ਸਾਡੇ ਖਾਬ ਸੀ ਅੱਖਾਂ ਦੇ ਵਿੱਚ ਸੋਚੀ ਦਾ ਸੀ, ਪਰ ਕਦੇ ਇਹ ਯਕੀਨ ਨਹੀਂ ਸੀ ਖਾਬ ਨੂੰ ਤਬਦੀਲ ਵੀ ਹੋ ਜਾਏਗੀ, ਇਹ ਖਾਬ ਸ਼ਰਮਿੰਦਾ ਤਬਦੀਲ ਵੀ ਹੋ ਜਾਏਗਾ, ਖਾਬ ਪੂਰਾ ਵੀ ਹੋ ਜਾਏਗਾ ਕਿ ਪਾਕਿਸਤਾਨੀ ਵਰਲਡ ਕੱਪ ਹੋਏਗਾ ਕਬੱਡੀ ਦਾ। ਫਿਰ ਐਡੀ ਵੱਡੀ ਅਮਾਊਂਟ, ਐਡੇ ਵੱਡੇ ਇੰਤਜ਼ਾਮਾਤ ਕਰਕੇ ਅੱਲਾਹ ਪਾਕ ਨੇ ਕਰਮਨਵਾਜ਼ੀ ਕੀਤੀ, ਮਾਲਕ ਨੇ ਮਿਹਰਬਾਨੀ ਕੀਤੀ, ਪਾਕਿਸਤਾਨ ਕਬੱਡੀ ਫੈਡਰੇਸ਼ਨ ਕਾਮਯਾਬ ਹੋਈ ਇਸ ਗੱਲ ਦੇ ਵਿੱਚ। ਵਰਲਡ ਕੱਪ 2020 ਤੇ ਤਰਤੀਬ ਦਿੱਤਾ ਗਿਆ ਔਰ ਫਿਰ ਉਹਨੂੰ ਪਾਕਿਸਤਾਨ ਜਿੱਤ ਵੀ ਗਿਆ। ਅੱਛਾ, ਇਸ ਇਵੈਂਟ ਨੂੰ ਪਾਕਿਸਤਾਨ ਦੇ ਹੋਣ ਦੇ ਵਿੱਚ ਪਾਕਿਸਤਾਨ ਦੀ ਕਬੱਡੀ ਨੂੰ ਕੀ ਇਹਦਾ ਫਾਇਦਾ ਹੋਏਗਾ ਮੁਸਤਕਬਲ ਦੇ ਵਿੱਚ, ਜਿਵੇਂ ਇਹ ਇਵੈਂਟ ਤਰਤੀਬ ਦਿੱਤਾ ਗਿਆ? ਦੇਖੋ ਜੀ, ਪਾਕਿਸਤਾਨ 'ਚ ਵਰਲਡ ਕੱਪ ਹੋਇਆ, ਇੱਥੇ ਤੇ ਨੈਸ਼ਨਲ ਹੋ ਜਾਏ ਨਾ ਤੇ ਕਬੱਡੀ ਚੇਂਜ ਹੋ ਜਾਂਦੀ ਆ। 2-3 ਸਾਲ ਨੈਸ਼ਨਲ ਹੋ ਜਾਏ ਨਾ, ਜਿਵੇਂ ਕਿ ਫੈਸਲਾਬਾਦ ਦੇ ਸਾਲ ਹੋਈ, ਅਗਲੇ ਸਾਲ ਲਾਹੌਰ ਹੋ ਗਈ, ਚੀਚਾ ਵਤਨੀ ਹੋ ਗਈ, ਉਹ ਏਡੇ ਵੱਡੇ ਮੈਚ ਹੋ ਜਾਂਦੇ ਨੇ ਕਿ ਉੱਥੋਂ ਦੀ ਕਬੱਡੀ ਬਦਲ ਜਾਂਦੀ ਹੈ। ਤੇ ਫਿਰ ਵਰਲਡ ਕੱਪ ਹੋਇਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਮੈਂ ਪਾਕਿਸਤਾਨ ਕਬੱਡੀ ਫੈਡਰੇਸ਼ਨ ਨੂੰ ਸਲਾਮ ਪੇਸ਼ ਕਰਨਾ, ਜ਼ਿੰਦਾਬਾਦ ਕਹਿਣਾ, ਰਾਣਾ ਸਰਵਰ ਸਾਹਿਬ ਨੂੰ। ਉਹ ਸਾਡੇ ਬਜ਼ੁਰਗ ਵੀ ਨੇ, ਸਾਡੇ ਮੁਹਤਰਮ ਵੀ ਨੇ, ਅਸੀਂ ਵੀ ਉਹਨਾਂ ਦੀ ਸ਼ਾਗਿਰਦੀ 'ਚ ਖੇਡੇ ਹਾਂ, ਵੀ ਅਸੀਂ ਉਹਨਾਂ ਨੂੰ ਸਲਾਮ ਪੇਸ਼ ਕਰਨੇ ਆ। ਸ਼ਾਫੇ ਹੁਸੈਨ ਸਾਹਿਬ ਨੂੰ ਜਿਹੜੇ ਸਦਰ ਪ੍ਰੈਜ਼ੀਡੈਂਟ ਕਬੱਡੀ ਫੈਡਰੇਸ਼ਨ, ਰਾਏ ਤੈਮੂਰ ਹਸਨ ਭੱਟੀ ਸਾਹਿਬ ਨੂੰ, ਪੰਜਾਬ ਕਬੱਡੀ ਐਸੋਸੀਏਸ਼ਨ ਨੂੰ, ਇਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਨਾ ਸਲਾਮ ਪੇਸ਼ ਕਰਨੇ ਆ ਜਿਨ੍ਹਾਂ ਨੇ ਇਹ ਪਾਕਿਸਤਾਨ ਦੇ ਵਿੱਚ ਵਰਲਡ ਕੱਪ ਕਰਾ ਦਿੱਤਾ। ਵਾਹ, ਕੀ ਬਾਤ, ਕੀ ਬਾਤ। ਉਹਦੇ 'ਚ ਕਰਾ ਦਿੱਤਾ ਉਹਨਾਂ ਦੇ। ਮੁੜ ਕੇ ਹੁਣ ਜਿਹੜਾ ਨਾ ਇਹਦਾ ਬਹੁਤ ਵੱਡਾ ਆ ਕਿ ਘਰਾਂ 'ਚ ਕਬੱਡੀ ਵੜ ਗਈ ਹੈ, ਹਰ ਥਾਂ ਤੇ ਕਬੱਡੀ ਚਲੇ ਗਈ ਆ। ਟੀਵੀਆਂ ਤੇ ਆਣ ਕੇ ਹਰ ਬੰਦਾ ਹੁਣ ਕਬੱਡੀ ਨੂੰ ਪਿਆਰ ਕਰਦਾ। ਇਹ 'ਚ ਕੋਈ ਸ਼ੱਕ ਨਹੀਂ ਸਰ, ਇਹ ਤੇ ਹੋ ਗਿਆ। ਲੇਕਿਨ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਵੇਂ ਤੁਸੀਂ ਵੇਖਿਆ ਕਿ ਅੱਗੇ ਕ੍ਰਿਕਟ ਵਾਸਤੇ ਲੋਕ ਗਰਾਊਂਡ ਭਰਦੇ ਸਨ, ਐਂ ਤੁਸੀਂ ਵੇਖਿਆ ਗੁਜਰਾਤ, ਫੈਸਲਾਬਾਦ, ਲਾਹੌਰ, ਪਬਲਿਕ ਰਹੀਮ ਜਾਂ ਖਾਂ ਤੋਂ ਲੈ ਕੇ ਸਿੰਧ, ਪਿਸ਼ਾਵਰ ਤੱਕ ਕੋਈ ਸੂਬੇ ਦੀ ਤਮੀਜ਼ ਨਹੀਂ ਰਹੀ ਕਿ ਪੰਜਾਬੀਆਂ ਦੀ ਖੇਡ ਹੈ। ਪੂਰਾ ਪਾਕਿਸਤਾਨ ਇਕੱਠਾ ਹੋ ਗਿਆ ਲਾਹੌਰ, ਗੁੰਜਾਇਸ਼ ਸਟੇਡੀਅਮ 'ਚ ਨਹੀਂ ਰਹਿ ਗਈ। ਔਰ ਇਹ ਜੇ ਦੂਸਰੇ ਸੂਬੇ 'ਚ ਵੀ ਕਬੱਡੀ ਵੱਧਦੀ ਪਈ ਹੈ ਜੀ,
ਜਿਸ ਤਰ੍ਹਾਂ ਪੰਜਾਬ 'ਚ ਕਦੇ ਕਬੱਡੀ ਖੇਡੀ ਜਾਂਦੀ ਸੀ। ਹਾਂਜੀ। ਔਰ ਇਹ ਜਿਹੜਾ ਵਰਲਡ ਕੱਪ ਤਰਤੀਬ ਦਿੱਤਾ ਗਿਆ ਵਾ ਔਰ ਇਹਦੇ ਨਾਲ ਮਜ਼ੀਦ ਕਬੱਡੀ ਹੋਰ ਵਧੇਗੀ ਇੰਟਰਨੈਸ਼ਨਲ ਲੈਵਲ ਤੇ। ਇੰਸ਼ਾ ਅੱਲਾਹ ਤਾਲਾ ਜੀ ਕਬੱਡੀ ਵੇਖੋ ਜੀ ਇਹਦੇ ਨਾਲ ਤੁਹਾਨੂੰ ਅੱਗੇ ਮੈਂ ਦੱਸਿਆ ਕਿ ਘਰਾਂ 'ਚ ਵੜ ਗਈ ਆ। ਬੇਸ਼ੱਕ। ਹੁਣ ਮੈਂ ਕਈ ਦਫਾ ਸਫ਼ਰ ਕਰੀਦਾ ਤੇ ਹੁਣ ਵੇਖੀਦਾ ਵੀ ਬੰਦਿਆਂ ਨੇ ਛੋਟੀਆਂ ਛੋਟੀਆਂ ਜਗ੍ਹਾ ਤੇ ਲਾ ਕੇ ਛੋਟੇ ਛੋਟੇ ਬੱਚੇ ਉਹਨੂੰ ਖੇਡ ਰਹੇ। ਬੇਸ਼ੱਕ। ਵਾਹ। ਇਹ ਅੱਗੇ ਵੇਖੋ ਜੀ ਜ਼ਿਆਦਾ ਕਬੱਡੀ ਸਾਡੇ ਇਲਾਕੇ 'ਚ ਹਾਂਜੀ। ਫੈਸਲਾਬਾਦ। ਫੈਸਲਾਬਾਦ ਦੇ ਵਿੱਚ ਫੈਸਲਾਬਾਦ 'ਚ ਵੀ ਸਾਡੇ ਇੱਥੇ 10-15 ਪਿੰਡ ਸਨ। ਹਾਂਜੀ। ਇੱਥੋਂ ਪਾਕਿਸਤਾਨ ਦੀ ਟੀਮ ਬਣ ਜਾਂਦੀ ਸੀ ਵੀ ਫੈਸਲਾਬਾਦ ਸ਼ਹਿਰ ਦੇ ਲਾਗੋ ਲਾਗੋਂ ਵੀ ਪਾਕਿਸਤਾਨ ਦੀ ਤਹਿਸੀਲ ਸਮੁੰਦਰੀ ਸਰੋਂ ਦਾ ਰੋਡ ਤੱਕ ਹੀ ਗਏ ਇੱਥੇ ਹੁਣ ਅਸੀਂ ਸਮਝਦੇ ਹਾਂ ਕਿ ਸਮੁੰਦਰੀ 'ਚ ਕਬੱਡੀ ਜ਼ਿਆਦਾ ਹੈ। ਹਾਂਜੀ। ਫਿਰ ਇਸ ਤੋਂ ਬਾਅਦ ਸਾਹੀਵਾਲ, ਚੀਚਾ ਪਤਨੀ ਇਹ ਕਬੱਡੀ ਦੇ ਘਰ ਨੇ। ਬੇਸ਼ੱਕ। ਅੱਗੇ ਉੱਥੋਂ ਖਤਮ ਹੋ ਗਈ ਸੀ, ਹੁਣ ਦੁਬਾਰਾ ਜਹਾਨੀਆਂ ਮੰਡੀ ਆ ਜਿੱਥੋਂ ਦਾ ਮੇਨ ਜੱਟ ਹੋਇਆ। ਵਾਹ ਕੀ ਬਾਤ ਹੈ। ਉਹਦੀ ਕਿਆ ਬਾਤ ਏਡੇ ਏਡੇ ਪਲੇਅਰ ਹੋਏ ਨੇ ਵੀ ਇਹ ਹੁਣ ਕਬੱਡੀ ਘਰਾਂ ਘਰਾਂ ਚਲੇਗੀ ਆ। ਇਨਸ਼ਾ ਅੱਲਾਹ ਤਾਲਾ 1 ਸਾਲ ਹੋਰ ਹੋ ਗਿਆ ਤੇ ਕਬੱਡੀ ਕਬੱਡੀ ਹੋ ਜਾਏ। ਅੱਛਾ ਸਾਥੀ ਅਬਦੁੱਲ ਸਾਹਿਬ, ਇਹ 'ਚ ਕੋਈ ਸ਼ੱਕ ਨਹੀਂ ਪਾਕਿਸਤਾਨ ਕਬੱਡੀ ਫੈਡਰੇਸ਼ਨ ਮਿਹਨਤ ਕਰਦੀ ਪਈ, ਤੁਸੀਂ ਕੋਚਿਸ ਮਿਹਨਤ ਕਰਦੇ ਪਏ ਹੋ, ਤਾਰਵੀ ਜੱਟ ਸਾਹਿਬ ਨੇ ਮਿਹਨਤ ਕੀਤੀ, ਰਾਣਾ ਸਰਵਰ ਸਾਹਿਬ ਨੇ ਮਿਹਨਤ ਕੀਤੀ ਕਿ ਵਰਲਡ ਕੱਪ ਹੋ ਗਿਆ, ਕਬੱਡੀ ਅਗਾਂਹ ਵਧ ਗਈ। ਲੇਕਿਨ ਇੱਕ ਬੜੀ ਦੁੱਖ ਦੀ ਗੱਲ ਆ, ਇੱਕ ਬੜੀ ਤਕਲੀਫ ਦੀ ਗੱਲ ਆ ਸਾਹਮਣੇ ਆਉਣ ਦੀ। ਪਿਛਲੇ ਦਿਨਾਂ ਇੱਕ ਬੜਾ ਵਾਕਿਆ ਹੋ ਗਿਆ ਕਿ ਜਿਹੜੇ ਨੌਜਵਾਨ ਹੁਣ ਸਟੀਰਾਇਡ ਹੋ ਰਿਹਾ, ਮੈਡੀਸਨ ਨਾਲ ਕਬੱਡੀ ਖੇਡੀ ਜਾ ਰਹੀ ਹੈ। ਇਹ ਕੋਈ ਕਬੱਡੀ ਦਾ ਜ਼ਿਆਦਤੀ ਨਹੀਂ ਕੀਤੀ ਜਾ ਰਹੀ। ਇਹ ਕੌਣ ਲੋਕ ਨੇ ਜਿਹੜੇ ਕਬੱਡੀ ਇਸ ਬੰਦੇ ਨੂੰ ਤੋੜਨ ਦੇ ਕੇ ਟੀਕੇ ਲਾ ਕੇ ਕਬੱਡੀ ਖਿਡਾਈਏ, ਦਵਾਈਆਂ ਲਾ ਕੇ ਕਬੱਡੀ ਖਿਡਾਈਏ? ਸਰਦਾਰ ਗੱਲ ਇਹ ਆ ਕਿ ਕਬੱਡੀ ਜਿਹੜੀ ਟੀਕਿਆਂ ਦੀ, ਗੋਲੀਆਂ ਦੀ, ਸਟੀਰਾਇਡ ਦੀ, ਯਾਰ ਮੈਂ ਆਪਣੀ ਮਿਸਾਲ ਦੇਣਾ ਜਾਂ ਮੈਂ ਆਪਣੇ ਦੌਰ ਦੇ ਪਲੇਅਰਾਂ ਦੀ ਮਿਸਾਲ ਦੇਣਾ ਵੀ ਇਹ ਬੁਖਾਰ ਜਦੋਂ ਇਹਨਾਂ ਨੂੰ ਹੋ ਜਾਂਦਾ ਹੈ ਕਿਸੇ ਵੇਲੇ ਮਿਹਨਤ ਨਾਲ ਜਾਂ ਉੱਦਾਂ ਬੰਦੇ ਨੂੰ ਬੁਖਾਰ ਹੋ ਜਾਣਾ, ਅਸੀਂ ਯਾਰ ਉਦੋਂ ਡਾਕਟਰ ਕੋਲ ਜਦੋਂ ਜਾਈਦਾ ਸੀ ਅਸੀਂ ਉਹਨੂੰ ਕਹਿੰਦਾ ਸੀ ਕਿ ਯਾਰ ਨਾ ਸਾਨੂੰ ਉਹ ਦਵਾਈ ਦੇਂ ਜਿਹਦੇ ਨਾਲ ਸਾਡੇ ਜਿਸਮ ਤੇ ਕੋਈ ਇਫੈਕਟ ਨਾ ਹੋਵੇ, ਸਾਡਾ ਜਿਸਮ ਠੀਕ ਰਹੇ। ਹੁਣ ਪਤਾ ਨਹੀਂ ਇਹ ਪਲੇਅਰ ਕੀ ਕਰ ਰਹੇ ਨੇ, ਆਪਣੇ ਆਪ ਨਾਲ ਜ਼ਿਆਦਤੀ ਕਰ ਰਹੇ ਨੇ। ਮੈਂ ਅਗਲੇ ਦਿਨ ਸੁਣਿਆ ਕਿ ਕੋਈ ਪਲੇਅਰ ਇੱਥੇ ਛੋਟਾ ਡੈਥ ਹੋ ਗਈ ਉਹਦੀ, ਜਾਂ ਇੱਕ ਅੱਗੇ ਵੀ ਮੈਂ ਸੁਣਿਆ ਕਿ ਇੱਕ ਬੱਚੇ ਨੇ ਟੀਕਾ ਪੀ ਲਿਆ। ਯਾਰ ਤੁਸੀਂ ਦੁੱਧ ਘਿਓ ਪੀਓ, ਗੋਸ਼ਤ ਖਾਓ, ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਤੇ ਮਿਹਨਤ ਦੁਨੀਆ ਨਾਲ ਵੱਧ ਕਰੋ। ਵਕਤੀ ਜਾਂ ਪਾਵਰ ਲੈਣ ਵਾਸਤੇ ਸਟੀਰਾਇਡ ਲੈ ਕੇ ਇਹ ਵਕਤੀ ਪਾਵਰ ਆ ਦੁਨੀਆ ਨੂੰ। ਤੁਸੀਂ ਆਪਣਾ ਦੁਨੀਆ ਨਾਲੋਂ ਮਿਹਨਤ ਵੱਧ ਕਰੋ, ਟਿਕਟੌਕ ਨੂੰ ਛੱਡੋ, ਗਰਾਊਂਡਾਂ ਨੂੰ ਟਾਈਮ ਦਿਓ, ਮਿੱਟੀ ਨਾਲ ਮਿੱਟੀ ਹੋਵੋ। ਜਿਹੜੇ ਲੋਕ ਇਹਨਾਂ ਨੂੰ ਚੀਜ਼ਾਂ ਲਿਆ ਕੇ ਦੇ ਰਹੇ ਨੇ, ਜਿਹੜੇ ਕੋਚ ਦੇ ਦੱਸਦੇ ਨੇ ਕਿ ਆਪਾਂ ਸਟੀਰਾਇਡ ਕਰ ਲਾਂਗੇ ਤੇ ਅਸੀਂ ਚੰਗੇ ਖੇਡ ਲਾਂਗੇ, ਉਹਨਾਂ ਨੂੰ ਕੋਈ ਗੱਲ ਸਪੈਸ਼ਲ ਕਹਿਣੀ ਚਾਹੁੰਦੇ ਹੋ ਤੁਸੀਂ? ਭਾਈ ਜਾਨ ਮੈਂ ਅੱਗੇ ਵੀ ਕੋਚਾਂ ਨੂੰ ਕਿਹਾ, ਸਾਰਿਆਂ ਕੋਚਾਂ ਨੂੰ ਮੈਂ ਕਹਿਣਾ ਵੀ ਇਹ ਜਿਹੜਾ ਵੀ ਕੋਈ ਬੱਚਾ ਤੁਹਾਡੇ ਕੋਲ ਆਉਂਦਾ ਨਾ ਉਹ ਤੁਹਾਡਾ ਬੱਚਾ ਹੁੰਦਾ, ਤੁਸੀਂ ਉਹਦੇ ਮਾਈ ਬਾਪ ਹੁੰਦੇ। ਬੇਸ਼ੱਕ। ਤੁਸੀਂ ਇਹ ਨਾ ਸਮਝੋ ਕਿ ਤੁਸੀਂ ਕਿਸੇ ਦੇ ਬੱਚੇ ਨੂੰ ਖਰਾਬ ਕਰ ਰਹੇ ਹੋ। ਹੈਂ ਇਹ ਕੱਲ ਨੂੰ ਤੁਹਾਡੇ ਤੇ ਵੀ ਆ ਸਕਦੀ ਹੈ। ਜਦੋਂ ਤੁਸੀਂ ਇਹ ਸ਼ੌਕ ਰੱਖਦੇ ਹੋ ਤਾਂ ਤੁਹਾਡੇ ਤੇ ਵੀ ਆ ਸਕਦੀ ਹੈ। ਤੁਸੀਂ ਵੀ ਆਪਣੇ ਬੱਚੇ ਤਿਆਰ ਕਰਨੇ ਨੇ। ਇਹ ਜਿਹੜਾ ਨਾ ਹਰ ਬੱਚੇ ਨੂੰ ਤੁਸੀਂ ਇਸ ਪਾਸੇ ਨਾ ਲਾਓ, ਇਹ ਕੋਈ ਕੰਮ ਨਹੀਂ ਹੈਗਾ। ਤੁਸੀਂ ਦੁੱਧ ਘਿਓ ਤੇ ਖਾ ਕੇ ਵੇਖੋ, ਤੁਸੀਂ ਗੋਸ਼ਤ ਤੇ ਖਾ ਕੇ ਵੇਖੋ ਤੇ ਵੇਖੋ ਤਾਂ ਸਹੀ ਵੀ ਇਹਦੇ 'ਚ ਕਿੰਨੀ ਤਾਕਤ ਆ। ਇਹਦੇ 'ਚ ਥੋੜਾ ਲੰਬਾ ਅਰਸਾ ਤਾਂ ਲੱਗੇਗਾ ਪਰ ਉਹ ਹੋਏਗਾ ਤੇ ਇੱਕ ਨੰਬਰ ਚੀਜ਼ ਨਾ। ਹਾਂਜੀ ਸਾਹਿਬ, ਸ਼ਾਦੀ ਕਦੋਂ ਹੋਈ ਹੈ? ਸ਼ਾਦੀ ਜੀ ਮੇਰੀ 2006 ਚ ਹੋਈ। ਬੱਚੇ ਕਿੰਨੇ ਨੇ ਜੀ? ਬੱਚੇ ਮਾਸ਼ਾਅੱਲਾ ਜੀ 3 ਨੇ। ਅੱਛਾ, ਵਿਆਹ ਤੋਂ ਬਾਅਦ ਕੋਈ ਖੇਡ ਤੇ ਤੁਸੀਂ ਵੈਸੇ ਵੀ ਕਬੱਡੀ ਤਕਰੀਬਨ ਛੱਡੀ ਖਲੋਤੇ ਸੀ 2006 ਚ, ਤੇ ਸ਼ਾਦੀ ਤੋਂ ਬਾਅਦ ਜ਼ਿੰਦਗੀ ਉਹ ਡਿਗਰ ਤੇ ਰਹੀ ਕਿ ਥੋੜੇ ਜਿਹੇ ਤਬਦੀਲੀਆਂ ਹੁੰਦੀਆਂ ਬੰਦੇ 'ਚ? ਵੱਡੀ ਵਾਲੇ ਬੰਦੇ ਜੀ ਤੁਹਾਨੂੰ ਪਤਾ ਆ ਜਿਹੜਾ ਨਾ ਸਾਦਾ ਜਿਹੇ ਲੋਕ ਹੁੰਦੇ ਆ ਇਹ ਉੱਦਾਂ ਹੀ ਚੱਲੀ ਜਾਂਦੀ ਆ। ਇਹ ਗੱਲ ਬੜੀ ਮਸ਼ਹੂਰ ਹੈ ਕਿ ਪਹਿਲਵਾਨ ਹੁੰਦੇ ਬਹੁਤ ਤਗੜੇ ਨੇ, ਮੈਦਾਨਾਂ 'ਚ ਬਹੁਤ ਤਗੜੇ, ਕਿ ਬੇਗਮ ਤੋਂ ਬਹੁਤ ਡਰਦੇ ਨੇ। ਇਹ ਗੱਲ ਸਹੀ ਹੈ? ਇਹਨਾਂ ਨੂੰ ਇਹ ਸ਼ੱਕ ਹੁੰਦਾ ਜੀ ਵੀ ਮੁੜ ਕੇ ਇਹਨਾਂ ਨੂੰ ਜਿਹੜੀ ਨਾ ਇਹਨਾਂ ਦੀ ਸ਼ਾਦੀ ਨਹੀਂ ਹੋਣੀ। ਤੁਸੀਂ ਵੀ ਡਰਦੇ ਹੋ? ਚਲੋ ਜੀ ਸਾਰੇ ਘਰੋਂ ਘਰ ਹੀ ਰੌਲਾ। ਅੱਛਾ ਸਾਹਿਬ, ਕੋਈ ਸਪੈਸ਼ਲ ਜੀ ਗੱਲਬਾਤ ਮੈਸੇਜ ਦੇਣਾ ਚਾਹੋ ਨਵੇਂ ਨੌਜਵਾਨਾਂ ਨੂੰ, ਨਵੇਂ ਪਲੇਅਰਾਂ ਨੂੰ, ਕਬੱਡੀ ਨੂੰ, ਪਾਕਿਸਤਾਨੀ ਆਵਾਮ ਨੂੰ ਕਬੱਡੀ ਨੂੰ ਨਾਮ ਦਿਵਾਉਣ ਵਾਸਤੇ? ਦੇਖੋ ਜੀ, ਪਹਿਲਾਂ ਤਾਂ ਮੈਂ ਰਾਣੇ ਅਲੀ ਸ਼ਾਨ ਦੀ 2-3 ਲਫ਼ਜ਼ ਕਹਾਂਗਾ ਕਿ ਅੱਲਾ ਉਹਨੂੰ ਸਿਹਤ ਤੰਦਰੁਸਤੀ ਦੇਵੇ ਤੇ ਬੜੀ ਵੱਡੀ ਘਾਟ ਸੀ ਐਤਕਾਂ ਸਾਨੂੰ ਉਹਦੀ ਵਰਲਡ ਕੱਪ ਦੇ ਵਿੱਚ ਰਾਣੇ ਅਲੀ ਸ਼ਾਨ ਦੀ ਕਮੀ ਮਹਿਸੂਸ ਹੋਈ, ਬੜੀ ਕਮੀ। ਵੇਖੋ ਜੀ ਉਹ ਪਹਿਲਿਆਂ
ਚੌਂ ਸਟਾਪਰਾਂ ਦੇ ਵਿੱਚ ਖਲੋਣ ਵਾਲਾ ਸੀ ਤੇ ਉਹਦਾ ਤਜਰਬਾ ਵੀ ਸੀ, ਤਗੜਾ ਸੀ ਮਾਸ਼ਾਅੱਲਾ। ਉਹ ਤਗੜਾ ਵੀ ਸੀ ਤੇ ਉਹਦਾ ਤਜਰਬਾ ਵੀ ਸੀ, ਤੇ ਉਹ ਬੜੀ ਵੱਡੀ ਸਾਨੂੰ ਉਹਦੀ ਕਮੀ ਮਹਿਸੂਸ ਹੋਈ ਹੈ ਵਰਲਡ ਕੱਪ ਦੇ ਵਿੱਚ। ਤੇ ਅੱਲਾ ਉਹਨੂੰ ਸਿਹਤ ਤੰਦਰੁਸਤੀ ਦੇਵੇ। ਮੇਰਾ ਬੜਾ ਅੱਛਾ ਦੋਸਤ ਵੀ ਹੈ ਤੇ ਵੀਰ ਵੀ ਹੈ, ਵਿੱਚ ਕੋਈ ਸ਼ੱਕ ਨਹੀਂ। ਚਲੋ ਜੀ, ਤੁਸੀਂ ਅਲੀ ਸ਼ਾਨ ਦੀ ਗੱਲ ਕੀਤੀ, ਵਰਲਡ ਕੱਪ ਦੇ ਹਵਾਲੇ ਨਾਲ ਜਿਹਦੀ ਕਮੀ ਮਹਿਸੂਸ ਹੋਈ, ਜਦੋਂ ਇੱਕ ਹਾਲਾਤ ਇੱਕ ਸਿਚੁਏਸ਼ਨ ਇਹੋ ਜਿਹੀ ਬਣ ਗਈ ਸੀ ਵਿੱਚ ਕਿ 6 ਨੰਬਰ ਹਿੰਦੁਸਤਾਨੀ ਟੀਮ ਦੇ ਉੱਤੇ ਚਲੇ ਗਏ ਸੀ, ਹਾਫ ਵੀ ਹੋ ਗਿਆ, ਹਾਂਜੀ ਰੇਡਰਾਂ ਨੂੰ ਜੱਫੇ ਵੀ ਹੋਣ ਲੱਗ ਪਏ, ਹਾਂਜੀ ਸਟਾਪ ਪਲਾਨ ਵੀ ਕੁਝ ਨਹੀਂ ਸੀ ਕਰਨ ਦੇ। ਹਾਂਜੀ ਤੁਸੀਂ ਕੋਚ ਸੋ ਦੋ, ਹਾਂਜੀ। ਕੀ ਉਦੋਂ ਹਾਲਾਤ ਸਨ ਮੈਂਟਲੀ ਤੌਰ ਤੇ, ਕੀ ਮਹਿਸੂਸ ਕਰਨ ਦੇ ਗਰਾਊਂਡ ਦੇ ਵਿੱਚ, ਕੀ ਹਾਲਾਤ ਬਣੇ ਪਏ ਸੀ? ਅਜੀਬ ਜੀ ਕੈਫੀਅਤ ਸੀ। ਅਜੀਬ ਕੈਫੀਅਤ ਸੀ। ਪਹਿਲਾਂ ਤੇ ਇੱਕ ਦਫਾ ਕਈ ਖਿਆਲ ਆਏ ਵੀ ਯਾਰ ਘਰ ਕਿਵੇਂ ਜਾਣਾ, ਇਲਾਕੇ 'ਚ ਕਿਵੇਂ ਜਾਣਾ। ਹਾਏ, ਫਿਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਕਰਕੇ ਫਿਰ ਇਹਨਾਂ ਨੂੰ ਮੁਸ਼ਰਫ ਨੂੰ ਮੈਂ ਕਿਹਾ ਕਿ ਯਾਰ ਤੂੰ ਜਿਹੜਾ ਨਾ, ਤੂੰ ਤਜਰਬੇਕਾਰ ਪਲੇਅਰ ਹੈ, ਸਜਾਦ ਨੂੰ ਕਿਹਾ ਵੀ ਇਹ ਯੰਗ ਮੁੰਡੇ ਨੇ, ਇਹ ਥੋੜਾ ਜਿਹਾ ਉਖੜ ਗਏ ਨੇ, ਇਹਨਾਂ ਨੂੰ ਥੋੜਾ ਜਿਹਾ ਬਾਹਰ ਕਰਕੇ ਤੇ ਤੁਸੀਂ ਜਿਹੜਾ ਨਾ ਵਿੱਚ ਖਲੋਵੋ। ਤੇ ਤੁਹਾਡੇ ਉਹਦਾ ਚਲੋ ਜੀ ਅੱਲਾ ਨੇ ਹਾਫ ਟਾਈਮ ਤੋਂ ਬਾਅਦ ਮੁਸ਼ਰਫ ਨੇ ਫਿਰ ਪਹਿਲਾਂ ਹੀ ਜੱਫਾ ਮਾਰ ਕੇ ਕਪਤਾਨ ਨੂੰ ਜੱਫਾ ਮਾਰ ਕੇ ਤੇ ਉਹਨੇ ਉਸ ਚੀਜ਼ ਨੂੰ ਪਲਟਿਆ। ਟਰਨਿੰਗ ਪੁਆਇੰਟ ਦਾ ਕਬੱਡੀ ਵਿੱਚ ਉਹਨੇ ਇੱਕ ਉਸ ਚੀਜ਼ ਨੂੰ ਪਲਟਿਆ। ਤੇ ਦੂਸਰਾ ਗੱਲ ਇਹ ਵੀ ਮਲਕ ਬਿਨਿਆਮੀਨ ਵੀ ਚੱਲ ਪਿਆ, ਮਾਨਾ ਤੇ ਚਿਸ਼ਤੀ ਤੇ ਅੱਗੇ ਹੀ ਰੇਡਾਂ ਪਾ ਬਿਨਿਆਮੀਨ ਨਾਲ ਪੂਰੀ ਕਬੱਡੀ ਦੱਸੀ। ਫਿਰ ਉਹ ਬਿਨਿਆਮੀਨ ਨੇ ਪੂਰੀ ਕਬੱਡੀ ਪਾ ਕੇ, ਮੈਂ ਸਮਝਣਾ ਲੋਕ ਕਈ ਗੱਲਾਂ ਕਰਦੇ ਨੇ, ਮੈਂ ਸਮਝਣਾ ਵੀ ਮਲਕ ਬਿਨਿਆਮੀਨ ਦੇ ਚੱਲਣ ਨਾਲ ਤੇ ਮੁਸ਼ਰਫ ਦੇ ਚੱਲਣ ਨਾਲ ਇਹ ਦੁਬਾਰਾ ਫੇਰ ਕੌਡੀ ਸਾਡੇ ਵਾਪਸ ਆਏ। ਵਾਹ ਵਾਹ, ਕੀ ਬਾਤ। ਵੇਖੋ ਜੀ, ਮਾਨਾ ਤੇ ਅੱਗੇ ਹੀ ਕਬੱਡੀਆਂ ਪਾ ਰਿਹਾ ਸੀ ਆਪਣੇ ਸਟਾਰ ਤੇ ਹੈ ਹੀ, ਉਹ ਸਟਾਰ ਸੀ, ਚਿਸ਼ਤੀ ਵੀ ਅੱਗੇ ਹੀ ਪਾ ਰਿਹਾ ਸੀ, ਤੀਸਰਾ ਬੰਦਾ ਨਹੀਂ ਲੱਭਣਿਆ ਨਾਲ, ਤੀਸਰਾ ਬੰਦਾ ਨਹੀਂ ਸੀ ਲੱਭ ਰਿਹਾ ਹੈ। ਤੇ ਉਹ ਜਿਹੜਾ ਨਾ ਉਹਨੇ ਇਹਨਾਂ ਦੋਵਾਂ ਨੇ ਗੇਮ ਨੂੰ, ਇਹਨਾਂ ਦੋਵਾਂ ਨੇ ਵਾਪਸ ਲਿਆਂਦਾ ਪਾਕਿਸਤਾਨ ਫੇਰ। ਨਹੀਂ ਤੇ ਸਾਡੇ ਹੱਥ ਚੋਂ ਨਿਕਲ ਗਈ ਸੀ, ਇਹਨਾਂ ਦੋਵਾਂ ਨੇ ਵਾਪਸ ਲਿਆ। ਯਾਨੀ ਬਿਨਿਆਮੀਨ ਔਰ ਮੁਸ਼ਰਫ ਜਵੇਦ ਜੰਜਵੇ ਨੇ ਕਰੀ ਫੇਰ ਪਾਕਿਸਤਾਨ ਦੇ ਕੋਚਸ ਦੀ ਲੱਜ ਵੀ ਰੱਖੀ, ਇਸ ਕੌਮ ਦੀ ਲੱਜ ਵੀ ਰੱਖੀ, ਔਰ ਕਬੱਡੀ ਦੀ ਲੱਜ ਵੀ ਰੱਖੀ ਹੈ। ਅੱਲਾਹ ਪਾਕ ਦਾ ਸਭ ਨੂੰ ਖੁਸ਼ ਰੱਖੇ, ਹੱਸਦਾ ਵਸਦਾ ਰੱਖੇ। ਤੇ ਔਰ ਲਓ ਨਾਜ਼ਰੀਨ, ਇਨਸ਼ਾਅੱਲਾ ਇੰਝ ਹੀ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ ਵਾਰੋ ਵਾਰ ਕਬੱਡੀ ਦੇ ਸਟਾਰ ਪਲੇਅਰਾਂ ਦੇ ਨਾਲ, ਕਬੱਡੀ ਦੇ ਕੋਚਸ ਦੇ ਨਾਲ, ਔਰ ਕਬੱਡੀ ਨਾਲ ਪਿਆਰ ਕਰਨ ਵਾਲੇ ਲੋਕਾਂ ਦੇ ਨਾਲ। ਤੁਸੀਂ ਵੇਖਦੇ ਰਹਿ ਜੇ ਅਰਫਾਨ ਮਾਨਾ ਜੱਟ ਕਬੱਡੀ 225, ਮੈਨੂੰ ਕਹਿੰਦੇ ਨੇ ਮਲਕ ਸਫਦਰ ਸ਼ਾਹ। ਇਨਸ਼ਾਅੱਲਾ ਅਗਲੇ ਇੰਟਰਵਿਊ ਦੇ ਵਿੱਚ ਫਿਰ ਕਿਸੇ ਨਵੇਂ ਵੀਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਸਾਡੇ ਨਾਲ ਜੁੜੇ ਰਹੇ। ਅੱਲਾਹ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।